सरकार दा जुल्म ते किसान दा सिदक, ये जुल्म ते सिदक की लड़ाई देख रहा मैं। तो जदों भी ये दुनिया दे विच लड़ाई हुई है जुल्म ते सिदक की, तो जित हमेशा सिदक की हुई है, जनून की हुई है। ਕੀ ਲੱਗ ਰਿਹਾ ਹੈ ਜੋ ਸਰਕਾਰ ਦਾ ਰਵੱਈਆ ਹੈ, ਜਿੱਦਾਂ ਦੇ ਇੱਥੇ ਵੈਰੀਗੇਟਿੰਗ ਕੀਤੀ ਗਈ ਆ, ਕਿੱਲ ਲਗਾਏ ਗਏ ਨੇ, ਇਹ ਲੋਕਤੰਤਰ ਦਾ ਘਾਣ ਨਹੀਂ ਲੱਗ ਰਿਹਾ? ਇੱਕ ਤਰ੍ਹਾਂ ਦਾ ਲਿਖਿਆ ਹੈ ਦਿੱਲੀ ਮੇਂ ਆਪਕਾ ਸਵਾਗਤ ਹੈ, ਇਸ ਨੂੰ ਕਿਸ ਤਰ੍ਹਾਂ ਦੇ? ਜਦੋਂ ਕਹਿੰਦੇ ਹੁੰਦੇ ਆ ਜਦੋਂ ਲੋਕਾਂ ਦੀ ਸੁਨਾਮੀ ਆਉਂਦੀ ਆ ਉਹਨੂੰ ਕੋਈ ਬੈਰੀਅਰ ਨਹੀਂ ਹੁੰਦੇ, ਜਿਹੜੇ ਜਦੋਂ ਹੜ੍ਹ ਆਉਂਦੇ ਆ ਲੋਕਾਂ ਦੇ ਤਾਂ ਉਹਨੂੰ ਡੱਕੇ ਨਹੀਂ ਲੱਗਦੇ ਹੁੰਦੇ। ਇਹ ਸਰਕਾਰ ਡੱਕੇ ਲਾਉਣ ਦੀ ਕੋਸ਼ਿਸ਼ ਨਾ ਕਰੇ, ਆਪਣੀ ਗਲਤੀ ਮੰਨਦੀ ਹੈ ਸਰਕਾਰ ਵੀ ਇਹ ਕਾਨੂੰਨ ਦੇ ਵਿੱਚ ਬਹੁਤ ਸਾਰੇ ਨੁਕਸ ਹੈ। ਇਹ ਜਿਹੜਾ ਮੇਰੀ ਲੱਟ ਤੇ ਤੁਸੀਂ ਨਿਸ਼ਾਨ ਦੇਖਿਓ, ਮੇਰੇ ਤੇ ਵੀ ਹਮਲਾ ਕੀਤਾ ਗਿਆ ਸੀ, ਮੇਰੀ ਐਂਬੂਲੈਂਸ ਤੋੜੀ ਗਈ। ਹਾਲ ਉਹਦਾ ਮੇਰਾ ਕਸੂਰ ਕੀ ਸੀਗਾ? ਜਿਹੜੀ ਮੇਰੀ ਐਂਬੂਲੈਂਸ ਉਹਦੇ ਉੱਤੇ ਤਿਰੰਗਾ ਝੰਡਾ ਲੱਗਿਆ ਹੋਇਆ ਸੀ। ਜਿਹੜਾ ਤੁਹਾਡੇ ਤੇ ਹਮਲਾ ਕੀਤਾ ਗਿਆ ਉਹ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਗਿਆ, ਕੋਈ ਸ਼ਰਾਰਤੀ ਅਨਸਰ? ਪੁਲਿਸੀਆਂ ਵੱਲੋਂ ਕੋਈ ਸ਼ਰਾਰਤੀ ਅਨਸਰ ਨਹੀਂ ਸੀਗਾ ਜੀ, ਉਹਦੇ 'ਚ ਕੋਈ ਸ਼ਰਾਰਤੀ ਅਨਸਰ ਨਹੀਂ ਸੀਗਾ, ਕੋਈ ਸਰਕਾਰ ਦੇ ਏਜੰਟ ਸੀਗੇ। ਹੁਣ ਤੁਸੀਂ ਦੱਸੋ ਜਿਹੜਾ ਦੀਪ ਸਿੱਧੂ ਹੈ, ਜਿਹੜੇ ਮੇਰੇ ਕੋਲ ਐਡਵੋਕੇਟ ਪ੍ਰੇਮ ਸਿੰਘ ਭੰਗੂ ਜੀ ਬੈਠੇ, ਜਿਹੜੇ ਲੀਗਲ ਪੈਨਲ ਦੇ ਹੈਡ ਹੈ, ਇਹਨਾਂ ਦੇ ਬਾਕੀ ਲੀਡਰਾਂ ਦੇ ਉੱਤੇ ਤਾਂ ਪਰਚੇ ਕੀਤੇ ਹੋਏ, ਲੋਕਆਊਟ ਨੋਟਿਸ ਹੈ, ਤੇ ਉਹ ਰੋਜ਼ ਵੀਡੀਓ ਪਾਉਂਦਾ ਹੈ। ਆਪਾਂ ਨੂੰ ਪਤਾ ਵੀ ਜਿਹੜਾ ਮੋਬਾਈਲ ਨੈਟਵਰਕ ਹੈ, ਤੁਸੀਂ ਬੰਦੇ ਨੂੰ 10 ਮਿੰਟ ਟਰੇਸ ਕਰ ਲੈਂਦੇ ਹੋ, ਉਹਨੂੰ ਫੜਦੇ ਕਿਉਂ ਨਹੀਂ ਪਏ? ਇਹ ਉਹਨੂੰ ਮੌਕਾ ਦੇ ਰਹੇ ਆ ਤਾਂ ਕਿ ਇਹਨਾਂ ਦੇ ਜਿਹੜੇ ਲੀਡਰਾਂ ਦੇ ਉੱਤੇ ਉਹਨਾਂ ਦੇ ਉੱਤੇ ਉਹ ਮਤਲਬ ਝੂਠੇ ਇਲਜ਼ਾਮ ਲਗਾਵੇ। ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ, ਪਰ ਪੁਲਿਸ ਪ੍ਰਸ਼ਾਸਨ ਨੇ ਕਿਹਾ ਵੀ ਅਸੀਂ 1 ਲੱਖ ਰੁਪਏ ਦਾ ਇਨਾਮ ਦੇਵਾਂਗੇ ਜੇ ਕੋਈ ਦੀਪ ਸਿੱਧੂ ਬਾਰੇ ਦੱਸੂ, ਜੁਗਰਾਜ ਸਿੰਘ ਬਾਰੇ ਦੱਸੂ। ਮੇਰੀ ਗੱਲ ਸੁਣੋ, ਇਨਾਮ ਕਿਉਂ ਦੇਣਾ ਜੀ? ਉਹਨੂੰ ਫੜ ਨਹੀਂ ਸਕਦੇ ਇਹ ਮੋਦੀ ਦੀ ਸਰਕਾਰ ਕਹਿ ਦੇ ਕਿ ਮੇਰੇ ਪਾਸ ਦਾ ਕੰਮ ਨਹੀਂ ਹੈ, ਇੰਟਰਪੋਲ ਨੂੰ ਕਹਿ ਦੇਣ, ਕਿਸੇ ਹੋਰ ਏਜੰਸੀ ਨੂੰ ਕਹਿ ਦੇਣ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਮਨਮਿੰਦਰ ਸਿੰਘ ਟਿਵਾਣਾ। ਕਿਸਾਨੀ ਅੰਦੋਲਨ ਚੱਲ ਰਿਹਾ ਹੈ। ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨਾਂ ਨੂੰ ਮੁੱਢਲੀ ਸਹਾਇਤਾ, ਸਿਹਤ ਪੱਕੀ ਸਹੂਲਤਾਂ ਦੇਣ ਲਈ ਇੱਥੇ ਮੈਡੀਕਲ ਦੀਆਂ ਟੀਮਾਂ ਵੱਲੋਂ ਵੱਖ-ਵੱਖ ਜਗ੍ਹਾ 'ਤੇ ਕੈਂਪ ਲਗਾਏ ਗਏ ਨੇ। ਸਾਡੇ ਨਾਲ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਨੇ, ਉਹਨਾਂ ਨਾਲ ਕਰਦੇ ਹਾਂ ਗੱਲ, ਕਿਸ ਤਰ੍ਹਾਂ ਦੇਖ ਰਹੇ ਨੇ ਅਤੇ ਕੀ ਸੇਵਾਵਾਂ ਦੇ ਰਹੇ ਨੇ, ਉਹਨਾਂ ਨੂੰ ਗੱਲ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਕਿਸ ਤਰ੍ਹਾਂ ਦੇਖ ਰਹੇ ਹੋ ਜੀ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਹੈ? ਕਿਸਾਨ ਆਪਣੇ ਹੱਕਾਂ ਨੂੰ ਲੈ ਕੇ ਇੱਥੇ ਬੈਠੇ ਨੇ, ਸਰਕਾਰਾਂ ਦਾ ਅੜੀਅਲ ਰਵੱਈਆ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ? ਕਾਫੀ ਸੱਭੀ ਤੋਂ ਬਾਅਦ ਇੱਥੇ ਪ੍ਰਦਰਸ਼ਨਕਾਰੀਆਂ ਵੱਲੋਂ ਪਥਰਾਅ ਵੀ ਕੀਤਾ ਗਿਆ, ਕੀ ਲੱਗ ਰਿਹਾ? ਦੇਖੋ, ਮੈਂ ਇਹਦੇ ਵਿੱਚ ਦੋ ਚੀਜ਼ਾਂ ਦੇਖਦਾ, ਸਰਕਾਰ ਦਾ ਜ਼ੁਲਮ ਤੇ ਕਿਸਾਨ ਦਾ ਸਿਦਕ। ਇਹ ਜ਼ੁਲਮ ਤੇ ਸਿਦਕ ਦੀ ਲੜਾਈ ਦੇਖ ਰਿਹਾ ਮੈਂ। ਤੇ ਇਹ ਜਦੋਂ ਵੀ ਇਹ ਦੁਨੀਆ ਦੇ ਵਿੱਚ ਲੜਾਈ ਹੋਈ ਹੈ ਜ਼ੁਲਮ ਤੇ ਸਿਦਕ ਦੀ, ਤਾਂ ਜਿੱਤ ਹਮੇਸ਼ਾ ਸਿਦਕ ਦੀ ਹੋਈ ਹੈ, ਜਨੂਨ ਦੀ ਹੋਈ ਹੈ। ਔਰ ਇਸ ਵਾਰੀ ਵੀ ਜਿਹੜੀ ਜਿੱਤ ਹੈ ਉਹ ਸਿਦਕ ਦੀ ਹੋਏਗੀ, ਜਨੂਨ ਦੀ ਹੋਏਗੀ। ਕੀ ਸੇਵਾਵਾਂ ਦੇ ਰਹੇ ਹੋ ਇੱਥੇ ਤੁਸੀਂ? ਕਿੰਨੇ ਟਾਈਮ ਤੋਂ ਇੱਥੇ ਤੁਹਾਡਾ ਜਿਹੜਾ ਮੈਡੀਕਲ ਕੈਂਪ ਆ ਉਹ ਚੱਲ ਰਿਹਾ? ਮੈਂ ਪਹਿਲੀ ਵਾਰੀ 27 ਨਵੰਬਰ ਨੂੰ, ਜਦੋਂ ਇਹਨਾਂ ਤੋਂ ਪਹਿਲੀ ਵਾਰੀ ਜਦੋਂ ਗੈਸ ਦੇ ਗੋਲੇ ਚੱਲੇ ਸੀ ਹਰਿਆਣੇ ਦੇ ਵਿੱਚ, ਸੜਕਾਂ ਇਹਨਾਂ ਨੇ GT ਰੋਡ ਪੱਟ ਦਿੱਤੀ ਸੀ, ਪਾਣੀ ਦੀਆਂ ਬੁਛਾਰਾਂ, ਕਿਸਾਨ ਜ਼ਖਮੀ ਹੋਏ। ਮੈਂ 27 ਨਵੰਬਰ ਨੂੰ ਪਹੁੰਚਿਆ ਸੀ, ਉਦੋਂ ਆ ਕੇ ਮਰਹਮ ਪੱਟੀ ਕੀਤੀ। ਸਾਡਾ ਭਾਈ ਕਨਈਆ ਦਾ ਮਿਸ਼ਨ ਹੈ, ਤੇ 27 ਨਵੰਬਰ ਤੋਂ ਲਗਾਤਾਰ ਅਸੀਂ ਜਿਹੜੀਆਂ ਮੈਡੀਕਲ ਸੇਵਾਵਾਂ ਇੱਥੇ ਵੀ ਦੇ ਰਹੇ ਹਾਂ, ਟਿੱਕਰੀ ਬਾਰਡਰ ਤੇ ਵੀ ਦੇ ਰਹੇ ਹਾਂ। ਔਰ ਉਹਨੂੰ ਅਸੀਂ ਹੌਲੀ ਜਿਸ ਤਰ੍ਹਾਂ ਇਹ ਅੰਦੋਲਨ ਵੱਧਦਾ ਗਿਆ, ਅਸੀਂ ਆਪਣੀ ਗਿਣਤੀ ਵਧਾਈ ਆ, ਸੇਵਾਵਾਂ ਵਧਾਈਆਂ। ਤੇ ਹੁਣ ਅਸੀਂ ਜਿਹੜਾ ECG ਫੈਸਿਲਿਟੀ, ਜਿਵੇਂ ਲੋਕ ਹਾਰਟ ਅਟੈਕ ਹੋ ਕੇ ਮਰ ਰਹੇ ਸੀ, ਬਲੱਡ ਪ੍ਰੈਸ਼ਰ, ਸ਼ੂਗਰ ਵਧਿਆ ਹੋਇਆ ਸੀਗਾ, ਉਹਦੀ ਅਸੀਂ ਇਕੱਠੀ 10 ਦਿਨ ਦੀ 20 ਦਿਨ ਦੀ ਦਵਾਈ ਦੇ ਰਹੇ ਹਾਂ, ਔਰ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਹਾਂ। ਹੁਣ ਅਸੀਂ ECG, ਜੇ ਆਕਸੀਜਨ ਦੀ ਲੋੜ ਪੈਂਦੀ ਹੈ ਤਾਂ ਆਕਸੀਜਨ, ਉਹ ਅਸੀਂ ਸਾਰੀ ਸੁਵਿਧਾ ਹੁਣ ਜਿਹੜੀ ਆ ਉਹ ਅਸੀਂ ਦੇ ਰਹੇ ਹਾਂ ਇੱਥੇ। ਜ਼ਿਆਦਾਤਰ ਹਾਰਟ ਅਟੈਕ ਦੀ ਪ੍ਰੋਬਲਮ ਆ ਰਹੀ ਸੀਗੀ ਕਿਸਾਨਾਂ ਦੇ ਵਿੱਚ, ਇੱਥੇ ਜਿਹੜੇ ਧਰਨੇ ਸੀਗੇ, ਕੀ ਕਾਰਨ ਮੰਨਦੇ ਹੋ? ਹਾਰਟ ਅਟੈਕ ਦੀ ਬਹੁਤ ਜ਼ਿਆਦਾ ਦਿੱਕਤ ਆਈ ਆ ਕਿਸਾਨਾਂ 'ਚ। ਉਹਦਾ ਇਹੀ ਕਾਰਨ ਸੀਗਾ ਜੀ, ਇੱਕ ਤਾਂ ਬਲੱਡ ਪ੍ਰੈਸ਼ਰ ਲੋਕਾਂ ਦਾ ਵਧਿਆ ਹੋਇਆ ਸੀਗਾ, ਦਵਾਈ ਕੋਈ ਖਾਣੇ ਦਾ ਟਾਈਮ ਨਹੀਂ, ਦਵਾਈ ਦਾ ਟਾਈਮ ਨਹੀਂ, ਸ਼ੂਗਰ, ਜਿਹਨਾਂ ਨੂੰ ਸ਼ੂਗਰ ਦੇ ਮਰੀਜ਼ ਹੈ, ਸ਼ੂਗਰ ਵਧੀ ਹੋਈ ਸੀ। ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰ ਜ਼ੁਲਮ ਕਰਦੀ ਹੈ, ਇੱਕ ਤੋਂ ਬਾਅਦ ਇੱਕ ਕਰਦੀ ਹੈ, ਤੇ ਉਹਦੇ ਨਾਲ ਲੋਕਾਂ ਦੇ ਦਿਮਾਗ ਤੇ ਟੈਨਸ਼ਨ ਵੀ ਵੱਧਦੀ ਆ। ਟੈਨਸ਼ਨ ਬਹੁਤ ਜ਼ਿਆਦਾ ਸੀ। ਜਿਹੜਾ ਮੌਸਮ ਹੈ, ਸਰਦੀ ਦਾ ਮੌਸਮ ਹੈ, ਬਹੁਤ ਜ਼ਿਆਦਾ ਅੱਤ ਦਰਜੇ ਦੀ ਹੱਡ ਚੀਰਵੀਂ ਠੰਡ ਸੀ। ਸੋ ਇਹ ਜਦੋਂ ਸਾਰੇ ਕਾਰਨ ਇਕੱਠੇ ਹੋ ਜਾਂਦੇ ਆ ਤਾਂ ਉਹਦੇ ਨਾਲ ਹਾਰਟ ਅਟੈਕ ਵੱਧ ਜਾਂਦੇ ਆ। ਅਸੀਂ ਸਾਰਿਆਂ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਬਲੱਡ ਪ੍ਰੈਸ਼ਰ, ਸ਼ੂਗਰ ਕੰਟਰੋਲ ਕਰ ਰਹੇ ਹਾਂ, ਉਹਨਾਂ ਦੀ ਟੈਸਟਿੰਗ ਕਰ ਰਹੇ ਹਾਂ, ਦਵਾਈ ਦੇ ਰਹੇ ਹਾਂ, ਔਰ ਜਿਹੜਾ ਟੈਨਸ਼ਨ ਹੈ ਉਹਦੇ ਵਾਸਤੇ ਲੋਕਾਂ ਨੂੰ ਸਮਝਾ ਬੁਝਾ ਰਹੇ ਹਾਂ, ਤੇ ਉਹਦੀਆਂ ਦਵਾਈਆਂ ਦੇ ਰਹੇ ਹਾਂ। ਤੇ ਇਹ ਸਾਰਾ ਕੁਝ ਜਿਹੜਾ ਹੈਗਾ ਅਸੀਂ ਇਹ ਉਹਦੇ ਜਿੰਨੇ ਵੀ ਉਹਦੇ ਕਾਰਨ ਹੈ, ਸਰਦੀ ਤੋਂ ਬਚਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਸਾਡਾ ਨਹੀਂ ਹੈ ਡਾਇਰੈਕਟਲੀ, ਉਹ ਬਹੁਤ ਸਾਰੀਆਂ ਸੰਸਥਾ ਜਿਵੇਂ ਖਾਲਸਾ ਏਡ ਜਾਂ ਹੋਰ ਲੋਕ ਸਵੈਟਰ ਵੀ ਦੇ ਰਹੇ ਆ, ਕੰਬਲ, ਇਹ ਉਹ। ਮੈਨੂੰ ਨਹੀਂ ਲੱਗਦਾ ਕਿ ਮਤਲਬ ਲੋਕਾਂ ਦੇ ਵੱਲੋਂ ਕੋਈ ਕਮੀ ਹੈ। ਜੇ ਬਾਰਿਸ਼ ਪਈ ਹੈ ਤਾਂ ਲੋਕਾਂ ਨੇ ਉਹਨਾਂ ਨੂੰ ਜਿਹੜੇ ਟੈਂਟ ਹੈ ਸਾਰੇ ਉਹ ਵਾਟਰਪ੍ਰੂਫ ਕੀਤੇ ਆ ਜੀ।
ਕੀ ਲੱਗ ਰਿਹਾ ਹੈ ਜੋ ਸਰਕਾਰ ਦਾ ਰਵੱਈਆ ਹੈ, ਜਿੱਦਾਂ ਦੇ ਇੱਥੇ ਵੈਰੀਗੇਟਿੰਗ ਕੀਤੀ ਗਈ ਆ, ਕਿੱਲ ਲਗਾਏ ਗਏ ਨੇ, ਇਹ ਲੋਕਤੰਤਰ ਦਾ ਘਾਣ ਨਹੀਂ ਲੱਗ ਰਿਹਾ? ਇੱਕ ਤਰ੍ਹਾਂ ਦਾ ਲਿਖਿਆ ਹੈ ਦਿੱਲੀ ਮੇਂ ਆਪਕਾ ਸਵਾਗਤ ਹੈ, ਇਸ ਨੂੰ ਕਿਸ ਤਰ੍ਹਾਂ ਦੇਖਦੇ? ਇਹ ਲੋਕਤੰਤਰ ਦਾ ਵੀ ਘਾਣ ਹੈ ਜੀ, ਇਹ ਸੰਵਿਧਾਨ ਦਾ ਵੀ ਘਾਣ ਹੈ, ਇਹ ਜਿਹੜੀਆਂ ਮਨੁੱਖੀ ਕਦਰਾਂ ਕੀਮਤਾਂ ਉਹਨਾਂ ਦਾ ਵੀ ਘਾਣ ਹੈ, ਇਹ ਜਿਹੜੇ UN ਚਾਰਟਰ ਹੈ ਜਿਹੜਾ ਉਹਦਾ ਵੀ ਘਾਣ ਹੈ, ਇਹ ਮਤਲਬ ਕਿਸੇ ਹਰ ਚੀਜ਼ ਦਾ ਘਾਣ ਹੈ ਇਹ। ਪਰ ਮੈਂ ਇਸ ਗੱਲ ਤੋਂ ਤੁਹਾਨੂੰ ਜਿਹੜੀ ਹੈਗੀ ਆ, ਤੁਸੀਂ ਦੇਖੋ ਵੀ ਜਿਹੜੀ ਸਰਕਾਰ ਹੈ ਉਹ ਕਿੱਲ ਆ ਰਹੀ ਹੈ ਤੇ ਕਿਸਾਨ ਉਹਦੇ ਉੱਪਰ ਫੁੱਲ ਆ ਰਹੇ ਆ। ਤੋ ਕਿਸਾਨਾਂ ਦਾ ਜਿਹੜਾ ਹੈਗਾ ਇਹ ਜਿਹੜੇ ਗੁਰੂ ਨਾਨਕ ਦੇਵ ਦੇ ਰਸਤੇ ਦੇ ਉੱਤੇ ਚੱਲ ਕੇ, ਮੈਂ ਜਿੱਦਾਂ ਪਹਿਲਾਂ ਕਿਹਾ ਸੀਗਾ, ਸਿਦਕ ਦੀ ਲੜਾਈ ਹੈ ਇਹ। ਜਿੱਥੇ ਸਰਕਾਰ ਕੰਡੇ ਬੀਜੇਗੀ ਇਹ ਫੁੱਲ ਬੀਜਣਗੇ ਮੇਰੇ ਭਰਾ। ਇਹ ਜਿੰਨੇ ਮਰਜ਼ੀ ਬੈਰੀਅਰ ਲਾ ਲੇ, ਜਦੋਂ ਕਹਿੰਦੇ ਹੁੰਦੇ ਆ ਜਦੋਂ ਲੋਕਾਂ ਦੀ ਸੁਨਾਮੀ ਆਉਂਦੀ ਆ ਉਹਨੂੰ ਕੋਈ ਬੈਰੀਅਰ ਨਹੀਂ ਹੁੰਦੇ, ਜਿਹੜੇ ਜਦੋਂ ਹੜ੍ਹ ਆਉਂਦੇ ਆ ਲੋਕਾਂ ਦੇ ਤਾਂ ਉਹਨੂੰ ਡੱਕੇ ਨਹੀਂ ਲੱਗਦੇ ਹੁੰਦੇ। ਇਹ ਸਰਕਾਰ ਡੱਕੇ ਲਾਉਣ ਦੀ ਕੋਸ਼ਿਸ਼ ਨਾ ਕਰੇ, ਆਪਣੀ ਗਲਤੀ ਮੰਨਦੀ ਹੈ ਸਰਕਾਰ ਵੀ ਇਹ ਕਾਨੂੰਨ ਦੇ ਵਿੱਚ ਬਹੁਤ ਸਾਰੇ ਨੁਕਸ ਹੈ, ਅਸੀਂ ਅਮੈਂਡਮੈਂਟਸ ਕਰਨ ਨੂੰ ਤਿਆਰ ਹਾਂ। ਜੇ ਨੁਕਸ ਹੈ ਤਾਂ ਉਹਨਾਂ ਨੂੰ ਵਾਪਸ ਲੈ ਲਓ, ਇਹਨੂੰ ਨੱਕ ਦਾ ਸਵਾਲ ਮੁੱਛ ਦਾ ਸਵਾਲ ਨਾ ਬਣਾਓ ਤੇ ਇਹ ਉਹ ਜਿਹੜਾ ਜੁਰਮ ਹੈ ਉਹ ਕਰਨਾ ਬੰਦ ਕਰ ਦਿਓ। ਅਸੀਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਆ, ਜਿਹੜੀਆਂ ਸੇਵਾਵਾਂ ਅਸੀਂ ਦਿੰਦੇ ਹਾਂ। 26 ਜਨਵਰੀ ਨੂੰ ਵੀ 26 ਐਂਬੂਲੈਂਸ ਲੈ ਕੇ ਆਏ ਸੀ, ਉਸ ਦਿਨ ਮੇਰੀ ਐਂਬੂਲੈਂਸ ਦੇ ਸ਼ੀਸ਼ੇ ਲੱਗੀ ਤੇ ਮੈਂ ਆਪਣਾ ਉਹਨੂੰ ਖੁਸ਼ਕਿਸਮਤ ਸਮਝਦਾ ਕਿ ਮੈਨੂੰ ਵੀ ਛੋਟਾ ਜਿਹਾ ਸੋਵੀਨੀਅਰ ਮਿਲਿਆ। ਇਹ ਜਿਹੜਾ ਮੇਰੀ ਲੱਟ ਤੇ ਤੁਸੀਂ ਨਿਸ਼ਾਨ ਦੇਖਿਓ, ਮੇਰੇ ਤੇ ਵੀ ਹਮਲਾ ਕੀਤਾ ਗਿਆ ਸੀ, ਮੇਰੀ ਐਂਬੂਲੈਂਸ ਤੋੜੀ ਗਈ। ਹਾਲ ਉਹਦਾ ਮੇਰਾ ਕਸੂਰ ਕੀ ਸੀਗਾ ਕਿ ਜਿਹੜੀ ਮੇਰੀ ਐਂਬੂਲੈਂਸ ਉਹਦੇ ਉੱਤੇ ਤਿਰੰਗਾ ਝੰਡਾ ਲੱਗਿਆ ਹੋਇਆ ਸੀ ਔਰ ਜਿਹੜਾ ਉਹਦੇ ਉੱਤੇ ਕਿਸਾਨਾਂ ਦਾ ਲੱਗਿਆ ਹੋਇਆ ਸੀਗਾ ਵੀ ਜੇ ਕਿਸਾਨ ਨਹੀਂ ਤਾਂ ਖੁਰਾਕ ਨਹੀਂ, ਜੇ ਕਿਸਾਨ ਨਹੀਂ ਤਾਂ ਸਮਾਜ ਨਹੀਂ। ਤੋ ਇਸ ਕਰਕੇ ਉਹਨਾਂ ਨੇ ਸਾਡੀ ਐਂਬੂਲੈਂਸ ਰੋਕੀ ਵੀ, ਤੋੜੀ ਵੀ, ਸਾਡੇ ਸੱਟਾਂ ਵੀ ਮਾਰੀਆਂ, ਪਰ ਸਾਨੂੰ ਉਹਦਾ ਕੋਈ ਗਿਲਾ ਨਹੀਂ ਹੈ। ਫਿਰ ਵੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਇਹ ਜਿਹੜੇ ਕਾਲੇ ਕਾਨੂੰਨ ਹੈ ਇਹਨਾਂ ਨੂੰ ਵਾਪਸ ਲਓ ਤਾਂ ਕਿ ਕਿਸਾਨ ਆਪਣੇ ਘਰ 'ਚ ਆਪਣੇ ਪਰਿਵਾਰਾਂ ਦੇ ਵਿੱਚ ਆ ਸਕੇ। ਜਿਹੜਾ ਤੁਹਾਡੇ ਤੇ ਹਮਲਾ ਕੀਤਾ ਗਿਆ ਉਹ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਗਿਆ, ਕੋਈ ਸ਼ਰਾਰਤੀ ਅਨਸਰ ਸੀ? ਪੁਲਿਸੀਆਂ ਵੱਲੋਂ ਕੋਈ ਸ਼ਰਾਰਤੀ ਅਨਸਰ ਨਹੀਂ ਸੀਗਾ ਜੀ। ਉਹਦੇ 'ਚ ਕੋਈ ਸ਼ਰਾਰਤੀ ਅਨਸਰ ਨਹੀਂ ਸੀਗਾ, ਕੋਈ ਸਰਕਾਰ ਦੇ ਏਜੰਟ ਸੀਗੇ। ਜਿਹੜਾ ਰਸਤਾ ਸੀਗਾ ਉਹਦੇ ਤੇ ਸਾਡੀਆਂ 26 ਐਂਬੂਲੈਂਸ ਲੱਗੀਆਂ ਹੋਈਆਂ ਸੀ, ਲੋਕ ਫੁੱਲਾਂ ਦੀ ਵਰਸ਼ਾ ਕਰ ਰਹੇ ਸੀ, ਕਿਸਾਨ ਉਧਰ ਜਾ ਰਹੇ ਸੀ, ਝਾਕੀਆਂ ਕੱਢ ਰਹੇ ਸੀ। ਇਹਨਾਂ ਨੇ ਉਹ ਰਸਤਾ ਬੰਦ ਕਰਕੇ ਲਾਲ ਕਿਲ੍ਹੇ ਵਾਲਾ ਰਸਤਾ ਖੋਲ੍ਹਿਆ, ਇਹਨਾਂ ਨੇ ਆਪ, ਇਹਨਾਂ ਦੇ ਹੀ ਬੰਦੇ ਸੀ। ਹੁਣ ਤੁਸੀਂ ਦੱਸੋ ਜਿਹੜਾ ਦੀਪ ਸਿੱਧੂ ਹੈ, ਜਿਹੜੇ ਮੇਰੇ ਕੋਲ ਐਡਵੋਕੇਟ ਪ੍ਰੇਮ ਸਿੰਘ ਭੰਗੂ ਜੀ ਬੈਠੇ, ਜਿਹੜੇ ਲੀਗਲ ਪੈਨਲ ਦੇ ਹੈਡ ਹੈ, ਇਹਨਾਂ ਦੇ ਬਾਕੀ ਲੀਡਰਾਂ ਦੇ ਉੱਤੇ ਤਾਂ ਪਰਚੇ ਕੀਤੇ ਹੋਏ, ਲੁੱਕ ਆਊਟ ਨੋਟਿਸ ਹੈ ਤੇ ਉਹ ਰੋਜ਼ ਵੀਡੀਓ ਪਾਉਂਦਾ ਹੈ। ਆਪਾਂ ਨੂੰ ਪਤਾ ਵੀ ਜਿਹੜਾ ਮੋਬਾਈਲ ਨੈਟਵਰਕ ਹੈ, ਤੁਸੀਂ ਬੰਦੇ ਨੂੰ 10 ਮਿੰਟ 'ਚ ਟਰੇਸ ਕਰ ਲੈਂਦੇ ਹੋ, ਉਹਨੂੰ ਫੜਦੇ ਕਿਉਂ ਨਹੀਂ ਪਏ? ਇਹ ਉਹਨੂੰ ਮੌਕਾ ਦੇ ਰਹੇ ਆ ਤਾਂ ਕਿ ਇਹਨਾਂ ਦੇ ਜਿਹੜੇ ਲੀਡਰਾਂ ਦੇ ਉੱਤੇ ਉਹਨਾਂ ਦੇ ਉੱਤੇ ਉਹ ਮਤਲਬ ਝੂਠੇ ਇਲਜ਼ਾਮ ਲਗਾਵੇ। ਇਹ ਸਾਰੀ ਸਰਕਾਰ ਦੀ ਸਾਜ਼ਿਸ਼ ਛੜਯੰਤਰ ਸੀ। ਮੈਂ ਉਹਦਾ ਚਸ਼ਮਦੀਦ ਗਵਾਹ ਆ। ਜੇ ਲੋੜ ਪਈ ਮੈਂ ਕੋਰਟ ਕਚਹਿਰੀ ਵਿੱਚ ਵੀ ਜਾ ਕੇ ਕਹੂੰਗਾ ਔਰ ਅਸੀਂ ਆਪਣੇ ਵੱਲੋਂ ਵੀ ਹਾਈ ਕੋਰਟ ਵਿੱਚ ਜਾ ਰਹੇ ਹਾਂ ਵੀ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਇਹ ਸਾਡਾ ਇੱਕ UN ਚਾਰਟਰ ਹੁੰਦਾ। ਜਿਵੇਂ ਮੈਡੀਕਲ ਏਡ ਕਦੇ ਬੰਦ ਨਹੀਂ ਕੀਤੀ ਜਾਂਦੀ, ਪਾਣੀ ਕਦੇ ਬੰਦ ਨਹੀਂ ਕੀਤਾ ਜਾਂਦਾ, ਟਾਇਲਟ ਫੈਸਿਲਿਟੀ ਬੰਦ ਨਹੀਂ ਕੀਤਾ ਜਾਂਦਾ, ਅਸੀਂ ਉਹ ਲੈ ਕੇ ਅਸੀਂ ਹਾਈ ਕੋਰਟ 'ਚ ਵੀ ਜਾ ਰਹੇ ਹਾਂ, ਅਸੀਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਜਾਵਾਂਗੇ। ਇਹ ਨਹੀਂ ਕਹਿ ਸਕਦੇ ਕਿ ਸਾਡਾ ਇੰਟਰਨਲ ਮਸਲਾ ਹੈ। ਜਿਹੜਾ ਮਨੁੱਖੀ ਅਧਿਕਾਰਾਂ ਦਾ ਮਸਲਾ ਹੁੰਦਾ ਕਦੇ ਵੀ ਇੰਟਰਨਲ ਨਹੀਂ ਹੁੰਦਾ। ਜੇ ਕੋਈ ਅਮਰੀਕਾ ਦੇ ਵਿੱਚ ਹੁੰਦਾ, ਵਰਮਾ ਦੇ ਵਿੱਚ ਹੁੰਦਾ ਤਾਂ ਮੋਦੀ ਸਾਹਿਬ ਵੀ ਟਵੀਟ ਕਰਦੇ ਆ, ਤੇ ਜੇ ਜਦੋਂ ਇਹ ਆਪ ਖੁਦ ਕਰਦੇ ਆ ਤਾਂ ਜੇ ਉਹ ਕੋਈ ਬਾਹਰਲਾ ਬੰਦਾ ਟਵੀਟ ਕਰਦੇ ਤਾਂ ਉਹਦੇ ਪਿੱਛੇ ਪੈਂਦੇ ਆ, ਫਿਰ ਬਾਲੀਵੁੱਡ ਵੀ ਅੱਗੇ ਆ ਜਾਂਦਾ। ਇਹਨਾਂ ਨੂੰ ਸੋਚਣਾ ਚਾਹੀਦਾ ਵੀ ਜਿਹੜਾ ਮਨੁੱਖੀ ਅਧਿਕਾਰਾਂ ਦਾ ਮਸਲਾ ਇਹਦੀ ਉਲੰਘਣਾ ਨਹੀਂ ਕਰ ਸਕਦੇ। ਮਨੁੱਖੀ ਅਧਿਕਾਰ ਕਮਿਸ਼ਨ ਔਰ ਮਾਨਯੋਗ ਸੁਪਰੀਮ ਕੋਰਟ ਨੂੰ ਆਪਣੇ ਆਪ ਇਹਦਾ ਸੂਓ ਮੋਟੋ ਨੋਟਿਸ ਲੈ ਕੇ ਸਰਕਾਰ ਨੂੰ ਕਹਿਣਾ ਚਾਹੀਦਾ ਕਿ ਇਹਨਾਂ ਨੂੰ ਪਾਣੀ ਦਿਓ, ਇੰਟਰਨੈਟ ਦਿਓ, ਟਾਇਲਟ ਫੈਸਿਲਿਟੀਜ਼ ਦਿਓ, ਸਿਹਤ ਸੇਵਾਵਾਂ ਦਿਓ ਔਰ ਇਹਨਾਂ ਨੂੰ ਸਿਕਿਉਰਿਟੀ ਵੀ ਦਿਓ। ਸਿਕਿਉਰਿਟੀ ਵੀ ਦੇਣੀ ਚਾਹੀਦੀ ਹੈ। ਜਿਹੜਾ ਪੀਸਫੁਲ ਪ੍ਰੋਟੈਸਟ ਕਰਨਾ ਇਹ ਫੰਡਾਮੈਂਟਲ ਰਾਈਟ ਹੈ, ਇਹ ਅਧਿਕਾਰ ਹੈ ਉਹਨਾਂ ਦਾ। ਸੁਪਰੀਮ ਕੋਰਟ ਖੁਦ ਕਹਿ ਰਹੀ ਹੈ ਤੇ ਜੇ ਉਹ ਕਹਿ ਰਹੀ ਹੈ ਫੰਡਾਮੈਂਟਲ ਰਾਈਟ ਹੈ ਤਾਂ ਇਹਨੂੰ ਪ੍ਰੋਟੈਕਟ ਵੀ ਕਰੋ। ਤੁਸੀਂ ਕਿਹਾ ਬਈ ਦੀਪ ਸਿੱਧੂ ਰੋਜ਼ ਲਾਈਵ ਹੋ ਕੇ ਵੀਡੀਓ ਪਾਉਂਦਾ ਹੈ, ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦਾ ਹੈ, ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ, ਪਰ ਪੁਲਿਸ ਪ੍ਰਸ਼ਾਸਨ ਨੇ ਕਿਹਾ ਬਈ ਅਸੀਂ 1 ਲੱਖ ਰੁਪਏ ਦਾ ਇਨਾਮ ਦੇਵਾਂਗੇ ਜੇ ਕੋਈ ਦੀਪ ਸਿੱਧੂ ਬਾਰੇ ਦੱਸੂ, ਜੁਗਰਾਜ ਸਿੰਘ ਬਾਰੇ ਦੱਸੂ। ਉਹ ਹੁਣ ਕਿਹਾ ਉਹਨਾਂ ਨੇ ਇੱਕ ਮੀਡੀਆ ਵਾਲੇ ਨੂੰ ਅੰਦਰ ਕੀਤਾ, ਜਿਹਨੂੰ ਮਾਨਯੋਗ ਅਦਾਲਤ ਨੇ ਹੁਣ ਉਹਨੂੰ ਜ਼ਮਾਨਤ ਦਿੱਤੀ ਹੈ। ਉਹ ਜਦੋਂ ਉਹਨਾਂ ਤੇ ਪ੍ਰੈਸ਼ਰ ਪਿਆ ਤਾਂ ਉਹਨਾਂ ਨੇ ਕਿਹਾ ਮੇਰੀ ਗੱਲ ਸੁਣੋ, ਇਨਾਮ ਕਿਉਂ ਦੇਣਾ ਜੀ, ਉਹਨੂੰ ਫੜ ਨਹੀਂ ਸਕਦੇ ਇਹ ਮੋਦੀ ਦੀ ਸਰਕਾਰ ਕਹਿ ਦੇ ਕਿ ਮੇਰੇ ਪਾਸ ਦਾ ਕੰਮ ਨਹੀਂ ਹੈ, ਇੰਟਰਪੋਲ ਨੂੰ ਕਹਿ ਦੇਣ, ਕਿਸੇ ਹੋਰ ਏਜੰਸੀ ਨੂੰ ਕਹਿ ਦੇਣ, ਕੋਈ ਪ੍ਰਾਈਵੇਟ ਏਜੰਸੀ ਹਾਇਰ ਕਰ ਲੈਣ। ਇਹ ਪੁਲਿਸ ਦੀ ਨਾਕਾਮੀ ਹੈ ਔਰ ਮੈਂ ਕਹੂੰਗਾ ਨਾਕਾਮੀ ਨਾਲੋਂ ਜ਼ਿਆਦਾ ਛੜਯੰਤਰ ਹੈ। ਧੰਨਵਾਦ ਜੀ। ਹਾਂਜੀ, ਇਹ ਸਨ ਡਾਕਟਰ ਸਾਹਿਬ, ਸਾਡੇ ਨਾਲ ਹੋਰ ਵੀ ਆਗੂ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਮੈਂ ਡਾਕਟਰ ਨਵਦੀਪ ਸਿੰਘ ਲੁਧਿਆਣੇ ਤੋਂ ਹਾਂ, ਮੈਂ ਕਿਡਨੀ ਸਪੈਸ਼ਲਿਸਟ ਹਾਂ ਜੀ। ਕਿਸ ਤਰ੍ਹਾਂ ਦੇਖ ਰਹੇ ਹੋ ਜੀ ਜੋ ਖੇਤੀ ਕਾਨੂੰਨ ਬਣਾਏ ਗਏ ਨੇ? ਤੁਸੀਂ ਖੇਤੀ ਸਪੈਸ਼ਲਿਸਟ ਹੋ ਤੇ ਇੱਥੇ ਦੇ ਜਿਹੜੇ ਸਰਕਾਰ ਦੀਆਂ ਨੀਤੀਆਂ ਨੇ ਜਾਂ ਇਹ ਕਾਨੂੰਨ ਬਣਾਏ ਗਏ ਨੇ ਜਿਨ੍ਹਾਂ ਵਾਸਤੇ ਬਣਾਏ ਗਏ ਨੇ ਉਹਨਾਂ ਨੂੰ ਮਨਜ਼ੂਰ ਨਹੀਂ, ਪਰ ਸਰਕਾਰ ਧੱਕੇ ਨਾਲ ਥੋਪਣਾ ਚਾਹੁੰਦੀ ਹੈ। ਦੇਖੋ ਇਸ ਤਰ੍ਹਾਂ ਹੈ, ਅਸੀਂ ਸਿਰਫ ਡਾਕਟਰ ਹੀ ਨਹੀਂ ਹਾਂ, ਅਸੀਂ ਖੇਤੀ ਵੀ ਕਰਦੇ ਹਾਂ। ਮੈਂ ਖੁਦ ਖੇਤੀ ਕਰਦਾ ਹਾਂ, ਆਪਣੀ ਜ਼ਮੀਨ ਲੁੱਕ ਆਫਟਰ ਕਰਦਾ, ਬੰਦੇ ਰੱਖੇ ਹੋਏ ਆ। ਪਹਿਲੀ ਤਾਂ ਗੱਲ ਇਹ ਹੈ ਵੀ ਜਿਨ੍ਹਾਂ ਨੇ ਕਾਨੂੰਨ ਬਣਾਏ ਆ, ਜਿਨ੍ਹਾਂ ਨੂੰ ਕਹੀ ਜਾਂਦੇ ਉਹ ਚੰਗੇ ਆ, ਉਹ ਮੰਗੇ ਹੀ ਨਹੀਂ।
ਬਦੋ ਬਦੀ ਕਿਸੇ ਦਾ ਭਲਾ ਕਰਨਾ, ਠੀਕ ਹੈ। ਦੂਜੀ ਗੱਲ ਵੀ ਖੇਤੀ ਕਾਨੂੰਨ 'ਚ ਕੀ ਗਲਤੀਆਂ ਨੇ ਇਹ ਸਾਰੀ ਦੁਨੀਆ ਨੂੰ ਪਤਾ ਨੇ। ਇੱਥੋਂ ਤੱਕ ਦੇ ਜਿਹੜੇ ਬਣੇ ਨੇ ਐਗਰੀਕਲਚਰ ਸਟੇਟ ਸਬਜੈਕਟ ਹੈ, ਜਿਹੜੇ ਬਣਾਏ ਆ ਉੱਥੇ ਵੀ ਧੱਕੇ ਨਾਲ ਬਣਾਏ ਨੇ। ਪਰ ਉਹ ਤਾਂ ਕਹਿ ਰਹੇ ਨੇ ਅਸੀਂ ਖੇਤੀ ਮਾਹਿਰਾਂ ਦੀ ਰਾਏ ਲੈ ਕੇ ਬਣਾਏ ਨੇ, ਇਹ ਕਿਸਾਨਾਂ ਲਈ ਚੰਗੇ ਨੇ। ਇਹਨਾਂ ਨੂੰ ਆਰਟੀਆਈ 'ਚ ਲੋਕਾਂ ਨੇ ਚਿੱਠੀ ਪਾਈ ਹੈ ਵੀ ਤੁਸੀਂ ਇੱਥੇ ਕਿਹੜੀਆਂ ਮੀਟਿੰਗਾਂ ਕਹਿੰਦੇ ਹੋ ਜੀ, ਕੌਣ ਕੌਣ ਸ਼ਾਮਲ ਸੀ। ਇਹ ਆਰਟੀਆਈ 'ਚ ਇੱਕ ਨਹੀਂ ਪ੍ਰੂਵ ਕਰ ਸਕੇ ਵੀ ਅਸੀਂ ਫਲਾਣੇ ਮਾਹਰ ਦੀ ਸਲਾਹ ਲਈ ਹੈ। ਰਾਈਟ ਟੂ ਇਨਫੋਰਮੇਸ਼ਨ ਲੋਕਾਂ ਨੇ ਇੰਟਰਵਿਊ ਕੀ ਹੈ। ਦੂਜੀ ਗੱਲ ਇਹ ਹੈ ਵੀ ਅੱਗੇ ਸਾਨੂੰ ਸਕੂਲ 'ਚ ਪੜ੍ਹਾਉਂਦੇ ਹੁੰਦੇ ਸੀ ਵੀ ਮੁਗਲ ਬੜੇ ਗੰਦੇ ਸੀ, ਉਹ ਨਾ ਗਾਵਾਂ ਅੱਗੇ ਲਾ ਲੈਂਦੇ ਸੀ ਅਟੈਕ ਕਰਨ ਲੱਗੇ ਤਾਂ ਕਿ ਹਿੰਦੂ ਗਾਵਾਂ ਦੇ ਹਥਿਆਰ ਨਾ ਚਲਾਉਣ। ਤੇ ਇਹ ਮੋਦੀ ਵੀ ਮੁਗਲ ਹੈ, ਇਹਨੇ ਕਰੋਨਾ ਅੱਗੇ ਲਾ ਕੇ ਉਹਦੀ ਢਾਲ ਦੇ ਵਿੱਚ ਲੋਕਾਂ ਤੇ ਅਟੈਕ ਕੀਤਾ। ਐਡੋ ਵੱਡਾ ਪਾਪ ਹੋ ਸਕਦਾ ਵੀ ਕਰੋਨਾ ਦੀ ਆੜ ਦੇ ਵਿੱਚ ਇੱਕ ਆਰਡੀਨੈਂਸ ਪਾਸ ਕਰੋ। ਐਡੀ ਕੀ ਕਾਹਲੀ ਸੀ? ਹੁਣ ਕਹਿੰਦੇ ਸੀ 1.5-2 ਸਾਲ ਨਹੀਂ ਇੰਪਲੀਮੈਂਟ ਕਰਦੇ, ਉਦੋਂ ਕੀ ਕਾਹਲੀ ਸੀ ਵੀ ਇੱਕ ਪਾਸੇ ਕਰੋਨਾ ਹੋਈ ਹੈ ਤੇ ਕਰੋਨਾ ਦੀ ਆੜ 'ਚ ਤੁਸੀਂ ਕਾਨੂੰਨ ਤੱਕਦੇ ਹੋ। ਇਹਦੇ ਕਾਨੂੰਨ ਗਲਤ ਨੇ, ਸਾਰੀ ਦੁਨੀਆ ਨੂੰ ਪਤਾ ਹੈ। ਤੇ ਮੇਰਾ ਖਿਆਲ ਬਹਿਸ ਦਾ ਮੁੱਦਾ ਹੀ ਨਹੀਂ ਰਹਿ ਗਿਆ ਹੁਣ। ਗੱਲ ਇਹ ਹੈ ਵੀ ਇਹ ਸਰਕਾਰ ਨੂੰ ਅਕਲ ਕਦੋਂ ਆਊਗੀ, ਇਹ ਮੁੱਦਾ। ਦੂਜਾ, ਇਹ ਆਪਣੇ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਤੇ ਆਪਣੀਆਂ ਵੱਡੀਆਂ ਅਦਾਲਤਾਂ ਸਾਨੂੰ ਬਹੁਤ ਹੀ ਜ਼ਿਆਦਾ ਨਿਰਾਸ਼ਾ ਹੈ ਉਹਨਾਂ ਵਤੀਰੇ ਤੋਂ। ਉੱਦਾਂ ਛੋਟੀ ਜਿਹੀ ਗੱਲ ਤੇ ਸੂਓ ਮੋਟੋ ਐਕਸ਼ਨ ਲੈ ਲੈਂਦੇ ਆ। ਕਿਸੇ ਨੇ ਇਹ ਨਹੀਂ ਵੇਖਿਆ ਵੀ ਇੱਥੇ ਟੋਇਲਟ ਬੰਦ ਕਰ ਦਿੱਤੇ, ਪਾਣੀ ਬੰਦ ਕਰ ਦਿੱਤਾ, ਇੰਟਰਨੈਟ ਬੰਦ ਕਰ ਦਿੱਤਾ। ਇੰਟਰਨੈਟ ਦੇ ਥਰੂ ਗਰੀਬ ਆਦਮੀ ਜਿਹੜਾ ਇਲਾਜ ਕਰਾਉਂਦਾ, ਜਿਹੜਾ ਕਾਰਡ ਹੈ ਆਯੁਸ਼ ਦਾ, ਉਹ ਹਸਪਤਾਲਾਂ ਛੋਟਿਆਂ 'ਚ ਕਾਰਡ ਨਹੀਂ ਚੱਲ ਰਿਹਾ, ਕਾਰਡ ਦੀ ਵਰੇ ਵਿਚਾਰੇ ਉੱਥੇ ਇੱਥੇ ਹੀ ਨਹੀਂ, ਜਿਹੜੇ ਲੋਕੀ ਛੋਟੇ ਸ਼ਹਿਰਾਂ 'ਚ ਬੈਠੇ ਆਪਣਾ ਇਲਾਜ ਕਰਾਉਣਾ ਚਾਹੁੰਦੇ ਆ, ਉਹ ਆਪਣਾ ਕਾਰਡ ਨਹੀਂ ਵਰਤ ਸਕਦੇ ਕਿਉਂਕਿ ਇੰਟਰਨੈਟ ਨਹੀਂ ਗਿਆ। ਇਹਨਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਥੋੜ੍ਹੀ ਬਹੁਤ ਵੀ। ਔਰ ਆਪਣੇ ਜਿਹੜੇ ਮਨੁੱਖੀ ਅਧਿਕਾਰ ਸੰਸਥਾ NHRC ਤੇ ਸੁਪਰੀਮ ਕੋਰਟ ਆਫ ਇੰਡੀਆ, ਉਹਨਾਂ ਤੋਂ ਬਹੁਤ ਵੱਡੀ ਨਿਰਾਸ਼ਾ ਹੈ ਸਾਨੂੰ ਵੀ ਉਹਨਾਂ ਨੇ ਇੱਥੇ ਕੋਈ ਨੋਟਿਸ ਨਹੀਂ ਲਿਆ ਤੇ ਇਹ ਫੈਸਿਲਿਟੀ ਬੰਦ ਕਰਨੇ। ਕੱਲ੍ਹ ਨੂੰ ਇੱਥੇ ਹੈਜਾ ਫੈਲ ਸਕਦਾ, ਬਿਮਾਰੀਆਂ ਫੈਲ ਸਕਦੀਆਂ ਟੋਇਲਟ ਦੀ ਕਮੀ ਕਰਕੇ। ਤੇ ਇਹ ਸਾਨੂੰ ਬਹੁਤ ਨਿਰਾਸ਼ਾ। ਔਰ ਸੁਪਰੀਮ ਕੋਰਟ ਨੂੰ ਚਾਹੀਦਾ ਹੈ, NHRC ਨੂੰ ਚਾਹੀਦਾ ਹੈ ਤੇ ਐਕਸ਼ਨ ਲੈਣ। ਲੋਕਾਂ ਦਾ ਇਤਬਾਰ ਉੱਠ ਜਾਊਗਾ ਇਹਨਾਂ ਸੰਸਥਾਵਾਂ ਤੋਂ। ਇਹ ਦੇਸ਼ ਲਈ ਬਹੁਤ ਖਤਰਨਾਕ ਹੋਊਗਾ। ਉਹਦੇ ਲਈ ਜ਼ਿੰਮੇਵਾਰ ਸਰਕਾਰ ਹੋਊਗੀ ਤੇ ਕੋਰਟ ਹੋਣਗੇ। ਪਰ 26 ਦੇ ਅੰਦੋਲਨ ਤੋਂ ਬਾਅਦ, 26 ਦੀ ਟਰੈਕਟਰ ਪਰੇਡ ਤੋਂ ਬਾਅਦ ਉਹਨਾਂ ਨੇ ਇੱਕ ਇਸ਼ੂ ਬਣਾਇਆ ਵੀ ਇਹ ਲੋਕਾਂ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਆ, ਲੋਕਤੰਤਰ ਦਾ ਜਿਹੜਾ ਸੰਵਿਧਾਨ ਆ ਉਹਦੇ ਤਿਰੰਗਾ ਇਹਦੀ ਬੇਅਦਬੀ ਕੀਤੀ ਆ। ਉਸ ਕਾਰਨ ਇਹਨਾਂ ਨੇ ਜਿਹੜਾ ਇਹਨਾਂ ਦੀਆਂ ਸੁਵਿਧਾਵਾਂ ਬੰਦ ਕੀਤੀਆਂ ਗਈਆਂ ਨੇ ਇਹਨਾਂ ਨੂੰ ਇੱਥੇ ਠਾਲਣ ਦੇ ਲਈ। ਦੇਖੋ ਗੱਲ ਸੁਣੋ, ਪਹਿਲੀ ਤਾਂ ਗੱਲ ਇਹ ਹੈ ਵੀ 26 ਨੂੰ ਝੂਠ ਮਾਰਦੇ ਆ, ਤਿਰੰਗੇ ਦੀ ਕੋਈ ਬੇਅਦਬੀ ਨਹੀਂ ਹੋਈ। ਉਹਨਾਂ ਇੱਕ ਵੱਖਰੇ ਬੋਲਦੇ ਤੇ ਨਿਸ਼ਾਨ ਸਾਹਿਬ ਲਾਇਆ, ਬੜਾ ਗਲਤ ਕੰਮ ਕੀਤਾ, ਨਹੀਂ ਸੀ ਕਰਨਾ ਚਾਹੀਦਾ। ਔਰ ਇੱਕ ਪ੍ਰੀ ਪਲੈਨਡ ਸੀਗਾ ਉਹ, ਪਰ ਪਹਿਲੇ ਉਹ ਤਿਰੰਗੇ ਦੀ ਬੇਅਦਬੀ ਨਹੀਂ ਹੋਈ। ਦੂਜੀ ਗੱਲ ਇਹ ਹੈ ਵੀ ਨਿਸ਼ਾਨ ਸਾਹਿਬ ਜਿਹੜੀਆਂ ਝਾਕੀਆਂ ਨੇ 26 ਜਨਵਰੀ ਦੀਆਂ, ਉੱਥੇ ਵੀ ਨਿਸ਼ਾਨ ਸਾਹਿਬ ਕੱਢਿਆ ਗਿਆ। ਨੰਬਰ ਦਿੰਦੇ ਆ ਵੀ ਇਹ ਤੇ ਪ੍ਰਚਾਰ ਨਾਲ ਇਹ ਲੋਕਾਂ ਨੂੰ ਪੁਰਾਣੇ ਹਾਲਾਤ ਵਾਪਸ ਪੰਜਾਬ ਨੂੰ ਲਿਜਾਣਾ ਚਾਹੁੰਦੇ ਸੀ। ਉਹ ਲੋਕੀ ਸਮਝ ਗਏ। ਇਹ 26 ਦੀ ਘਟਨਾ ਤੋਂ ਬਾਅਦ ਸਭ ਤੋਂ ਜ਼ਿਆਦਾ ਉਭਾਰ ਕਿੱਥੇ ਆਇਆ ਹੈ? ਸਾਡੇ ਹਿੰਦੂ ਭਰਾਵਾਂ 'ਚ। ਮੁਸਲਮਾਨ ਭਾਈਚਾਰਾ ਉਹ ਅੱਗੇ ਨਾਲੋਂ ਡਬਲ ਸਟਰੈਂਥ ਨਾਲ ਉੱਠ ਕੇ ਖੜਾ ਹੋ ਗਿਆ। ਹਿੰਦੂ ਸਿੱਖ ਇਸ਼ੂ ਬਣਾਉਣਾ, ਹਿੰਦੂ ਮੁਸਲਿਮ ਇਸ਼ੂ ਬਣਾਉਣਾ, ਇਹ ਪੁਰਾਣੀ ਇਹਨਾਂ ਦੀ ਚਾਲ ਹੈ। ਪਰ ਇਹਨਾਂ ਨੂੰ ਚਾਹੀਦਾ ਵੀ ਆਪਣੀ ਨਾ ਜਿਹੜੀ ਸਕ੍ਰਿਪਟ ਹੈ ਚੇਂਜ ਕਰਨ। ਇਹ ਉਹੀ ਕਹਾਣੀ ਦੁਬਾਰਾ ਪੜ੍ਹੀ ਜਾਂਦੇ ਆ, ਬਾਰ-ਬਾਰ ਉਹ ਪਿਕਚਰ ਨਹੀਂ ਚੱਲਦੀ। ਇਹਨਾਂ ਨੂੰ ਬਦਲਣੀ ਚਾਹੀਦੀ ਹੈ। ਜੀ ਧੰਨਵਾਦ ਜੀ। ਸਾਡੇ ਨਾਲ ਸਰਦਾਰ ਐਡਵੋਕੇਟ ਪ੍ਰੇਮ ਸਿੰਘ ਭੰਗੂ ਜੀ ਨੇ, ਉਹਨਾਂ ਨਾਲ ਕਰਦੇ ਦੱਸਣੇ ਲਾ ਦੇ ਪ੍ਰੋਫੈਸਰ ਨੇ, ਇਹ ਦੱਸਣਗੇ ਹੁਣ। ਠੀਕ ਹੈ ਜੀ। ਭੰਗੂ ਸਾਹਿਬ, ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਸਰਕਾਰ ਦੀਆਂ ਜੋ ਨੀਤੀਆਂ ਨੇ ਉਹਨਾਂ ਬਾਰੇ? ਬੈਰੀਗੇਟਿੰਗ ਕੀਤੀ ਗਈ ਆ 26 ਦੀ ਪਰੇਡ ਤੋਂ ਬਾਅਦ, ਕਾਫੀ ਗਤੀਵਿਧੀਆਂ ਕੀਤੀਆਂ ਗਈਆਂ ਨੇ ਸਰਕਾਰ ਵੱਲੋਂ। ਸਰਕਾਰ ਦੇਖੋ ਰਿਪਰੈਸਿਵ ਮੈਜ਼ਰਸ ਤੇ ਹੈ, ਜਿਹੜਾ ਅੰਗਰੇਜ਼ੀ 'ਚ ਕਹਿੰਦੇ ਆ ਨਾ ਵੀ ਜ਼ਬਰ ਦੇ ਰਾਹ ਪਈ ਹੋਈ ਹੈ। ਪਹਿਲਾਂ ਸਰਕਾਰ ਦਾ ਇਹ ਸੀ ਵੀ 26 ਤਰੀਕ ਤੋਂ ਬਾਅਦ ਜਾਂ 26 ਨੂੰ ਜੋ ਘਟਨਾਕ੍ਰਮ ਸੀ ਵੀ ਇੱਕ ਫਿਰਕੂ ਪੱਤਾ ਖੇਡ ਕੇ ਲੋਕਾਂ ਨੂੰ ਆਪਸ ਦੇ ਵਿੱਚ ਇੱਕ ਫਿਰਕੂ ਵੰਡ ਪੈਦਾ ਕਰਦੀ ਹੈ, ਜਿਸ ਤਰ੍ਹਾਂ ਕਿ ਪਹਿਲਾਂ ਸਰਕਾਰ ਸ਼ੁਰੂ ਤੋਂ ਕਰਦੀ ਰਹੀ ਹੈ। ਕਦੇ ਜੰਮੂ ਕਸ਼ਮੀਰ ਦੇ ਸਵਾਲ ਦੇ, ਕਿਤੇ ਹੋਰ ਇਸ ਤਰ੍ਹਾਂ ਹਿੰਦੂਆਂ ਨੂੰ, ਮੁਸਲਮਾਨਾਂ ਨੂੰ, ਸਿੱਖਾਂ ਦੇ ਉਹਦੇ ਖਿਲਾਫ ਇਹ ਫਿਰਕੂ ਪੱਤਾ ਸੀ। ਪਰ ਇਹ ਬੜਾ ਖਤਰਨਾਕ ਸੀ। ਜੇਕਰ ਇਹ ਚੱਲ ਜਾਂਦਾ ਨਾ ਤਾਂ ਮੈਂ ਕਹਿੰਦਾ ਬਹੁਤ ਵੱਡੀ ਬਰਬਾਦੀ ਹੋ ਸਕਦੀ ਸੀ ਦੇਸ਼ ਦੀ। ਇਹ ਪਤਾ ਨਹੀਂ ਤੁਸੀਂ ਕਹੋ ਵੀ ਕੁਦਰਤ ਦਾ ਕੋਈ ਭਲਾ ਹੋਇਆ ਜਾਂ ਲੋਕ ਬੜੇ ਸਮੇਂ ਸਿਰ ਸਮਝ ਗਏ, ਇਹ ਪਤਾ ਫੇਲ ਹੋ ਗਿਆ ਨਾ, ਚੱਲਿਆ ਨਹੀਂ। ਇਹ ਚੱਲਣ ਤੋਂ ਬਾਅਦ ਉਹਨਾਂ ਨੇ ਫਿਰ ਜ਼ਬਰ ਦੇ ਕਦਮ, ਕਿਉਂਕਿ ਜ਼ਬਰ ਦਾ ਉਸ ਦਿਨ ਵੀ ਕੀਤਾ, ਜਿੰਨੇ ਲੋਕਾਂ ਦੇ ਖਿਲਾਫ ਝੂਠੇ ਪਰਚੇ ਕੀਤੇ। ਅੱਛਾ, ਕਿਉਂਕਿ ਉਹ ਬਹੁਤੇ ਲੋਕ ਇੱਥੇ ਸ਼ਾਮਲ ਵੀ ਨਹੀਂ ਸੀ, ਬਾਹਰ ਫੜੇ। ਹੁਣ ਮੈਂ ਤਾਂ FIR ਪੜ੍ਹ ਕੇ ਬੜਾ ਹੈਰਾਨ ਹਾਂ
ਵੀ FIR ਦੂਰ ਦਰਾਡੇ ਲੋਕ, ਕੋਈ ਪੰਜਾਬੀ ਬਾਗ ਏਰੀਆ 'ਚ, ਕੋਈ ਪਰਾਂ ਧੌਲੇ ਕੂਏ ਵਾਲਾ, ਕੋਈ ਕਿਧਰੇ ਆ, ਜਿਹੜੇ ਉੱਥੇ ਹੈ ਹੀ ਨਹੀਂ ਸੀ, ਜਿਹੜੇ ਵਿਚਾਰੇ ਡਰਦੇ ਲੋਕ ਉਸ ਇਨਸੀਡੈਂਟ ਤੋਂ ਨਾ ਆਸੇ-ਪਾਸੇ ਭੱਜ ਗਏ, ਉੱਥੋਂ ਵੀ ਜਾ ਕੇ ਫੜ ਲਏ, ਉਹ ਫੜ ਕੇ ਉਹਨਾਂ ਦੇ ਵੀ ਪਰਚੇ ਦਰਜ ਕਰਤੇ। ਇਹ ਵੀ ਇੱਕ ਸਹਿਮ ਡਰ ਫੈਲਾਉਣ ਦਾ ਢੰਗ ਸੀ ਸਰਕਾਰ ਦਾ। ਉਸ ਤੋਂ ਪਹਿਲਾਂ ਸਾਡੇ ਖਿਲਾਫ ਪਰਚੇ ਦਰਜ ਕਰਤੇ 26 ਦੀ ਘਟਨਾ ਬਾਰੇ, ਜਦੇ 36 ਲੀਡਰਾਂ ਦੇ ਖਿਲਾਫ, ਉਹ ਵੀ ਸੀ ਵੀ ਇਹਨਾਂ ਨੂੰ ਡਰਾ ਦਈਏ ਜਾਂ ਇਹਨਾਂ ਨੂੰ ਅਰੈਸਟ ਕਰ ਲਈਏ। ਦੂਜਾ ਫਿਰ ਪੱਤਰਕਾਰ ਸੀ, ਕਿਉਂਕਿ ਸਾਡੀ ਗੱਲ ਜਿਹੜਾ ਨੈਸ਼ਨਲ ਮੀਡੀਆ ਜਿਹੜਾ ਮੇਨ ਆ, ਉਹ ਤਾਂ ਸਾਡੀ ਗੱਲ ਬਚਾਉਂਦਾ ਨਹੀਂ, ਜਿਹਨੂੰ ਗੋਦੀ ਮੀਡੀਆ ਉਹ ਤਾਂ ਸਾਡੇ ਅੰਦੋਲਨ ਨੂੰ ਦਿਖਾਉਂਦਾ ਹੀ ਨਹੀਂ। ਜਿਹੜਾ ਇਹ ਮੀਡੀਆ ਇਸੇ ਨੇ ਗੱਲ ਚੱਕੀ ਸੀ ਪੂਰੀ। ਹੁਣ ਇਹਨਾਂ ਦੇ ਉੱਪਰ ਸਾਡੀ ਤਾਂ ਰਿਪੋਰਟ ਆਈ ਵੀ ਪਰਲੇ ਪਾਸੇ ਨੂੰ ਲੰਘਣਾ ਬੜਾ ਔਖਾ ਹੈ, ਆਉਣ ਹੀ ਨਹੀਂ ਦਿੰਦੇ, ਔਰ ਘਟਿਆ ਵੀ ਹੈ। ਉਸ ਤੋਂ ਬਾਅਦ ਮੈਂ ਦੇਖ ਰਿਹਾ ਜਿਸ ਤਰ੍ਹਾਂ 26 ਤੋਂ ਪਹਿਲਾਂ ਮੀਡੀਆ ਨੂੰ ਬੜੀ ਖੁੱਲ੍ਹਾ ਇੱਥੇ ਆਉਂਦਾ ਸੀ ਫ੍ਰੀ ਹੋ ਕੇ, ਸਾਡੀਆਂ ਪ੍ਰੈਸ ਕਾਨਫਰੰਸਾਂ ਵੀ ਉਸ ਦੇ ਮੁਕਾਬਲੇ ਘੱਟ ਆ ਰਿਹਾ। ਇਹ ਵੀ ਸਰਕਾਰ ਕਿਤੇ ਨਾ ਕਿਤੇ ਰੁਕਾਵਟਾਂ ਪਾ ਰਹੀ ਹੈ। ਇਹ ਵੀ ਮੈਂ ਕਹਿੰਦਾ ਵੀ ਜਿਹੜੀ ਮੀਡੀਆ ਦੀ ਆਜ਼ਾਦੀ, ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ, ਇਹ ਸਾਰਾ ਉਹਦਾ ਹੈ। ਫਿਰ ਇੰਟਰਨੈਟ ਸੇਵਾ ਬੰਦ ਕਰਨੀ, ਵੀ ਲੀਡਰਾਂ ਦਾ ਆਪਸ ਦੇ ਵਿੱਚ ਜਿਹੜਾ ਕਮਿਊਨੀਕੇਸ਼ਨ ਆ, ਹੁਣ ਸਾਨੂੰ ਮੀਟਿੰਗਾਂ, ਜਦੋਂ ਕਿਸਾਨ ਪੰਜਾਬ ਦੇ ਵਿੱਚ ਟਾਵਰ ਬੰਦ ਕਰਦੇ ਸੀਗੇ ਤਾਂ ਕਿਹਾ ਜਾ ਰਿਹਾ ਕਿ ਇੰਟਰਨੈਟ ਬੰਦ ਹੋਣ ਨਾਲ ਕਈ ਦਿੱਕਤਾਂ ਆ ਰਹੀਆਂ ਨੇ, ਆਨਲਾਈਨ ਜਿਹਨੇ ਫੀਸਾਂ ਭਰਨੀਆਂ ਨੇ ਜਾਂ ਜਿਨ੍ਹਾਂ ਨੇ ਕੋਈ ਕੈਸ਼ ਪੇਮੈਂਟ ਕਰਨੀ, ਆਨਲਾਈਨ ਪੇਮੈਂਟਾਂ ਕਰਨੀਆਂ ਨੇ, ਦਿੱਕਤਾਂ ਆ ਰਹੀਆਂ ਨੇ। ਪਰ ਇੱਥੇ ਹੁਣ ਸਰਕਾਰ ਨੇ ਆਪ ਬੰਦ ਕਰਤਾ, ਹੁਣ ਕੀ ਗੱਲ ਹੈ ਜੀ? ਨਹੀਂ, ਜਿਹੜੇ ਪੰਜਾਬ 'ਚ ਜਦੋਂ ਬੰਦ ਕੀਤੇ ਨਾ ਸਾਡੇ ਪੰਜਾਬ 'ਚ ਕਾਲ ਇਹ ਸੀ, ਜਿਹੜੇ ਰਿਲਾਇੰਸ ਦੇ ਟਾਵਰ ਨੇ ਉਹਨਾਂ 'ਚ ਤੁਸੀਂ ਸਿਮ ਕਾਰਡ ਨਾ ਲਓ। ਜਿਹੜੇ ਜਥੇਬੰਦੀ ਨਾਲ ਕਿਸਾਨਾਂ ਨੇ ਆਪ, ਕੁਝ ਕਿਸਾਨਾਂ ਨੇ ਵਿਰੋਧ ਕੀਤਾ, ਕਿਉਂਕਿ ਕਿਸਾਨਾਂ 'ਚ ਇਹਨਾਂ ਕਾਨੂੰਨਾਂ ਦੇ ਖਿਲਾਫ ਕਾਫੀ ਜ਼ਿਆਦਾ ਵਿਰੋਧ ਸੀਗਾ। ਉਦੋਂ ਸਰਕਾਰ ਕਹਿ ਰਹੀ ਸੀ ਕਿ ਬਈ ਬਹੁਤ ਇਦਾਂ ਦੀਆਂ ਜਿਹੜੀਆਂ ਨੁਕਸਾਨ ਹੋ ਰਿਹਾ, ਜਿਨ੍ਹਾਂ ਨੇ ਆਨਲਾਈਨ ਫੀਸ ਭਰਨੀ ਆ, ਬੱਚਿਆਂ ਦਾ ਨੁਕਸਾਨ ਹੋ ਰਿਹਾ, ਪੜ੍ਹਾਈਆਂ ਚੱਲ ਰਹੀਆਂ ਨੇ। ਪਰ ਅੱਜ ਇੱਥੇ ਦੇਖਿਆ ਜਾਵੇ, ਇੱਥੇ ਸਰਕਾਰ ਨੇ ਬੰਦ ਕੀਤਾ। ਉੱਥੇ ਹੀ ਹੈ ਨਾ ਵੀ ਉੱਥੇ ਅਸੀਂ ਬਹੁਤ ਗੁੱਸੇ ਦੇ ਵਿੱਚ ਬਹੁਤ ਲੋਕਾਂ ਨੇ ਕੀਤਾ ਇਹ। ਅਸੀਂ ਉਹਨਾਂ ਨੂੰ ਕਿਹਾ ਵੀ ਅਜਿਹਾ ਨਾ ਕਰੋ, ਆਪਾਂ ਨੇ ਸਿਮ ਲੈ ਕੇ ਬਾਈਕਾਟ ਕਰਨਾ ਹੈ, ਨਾ ਕਿ ਜਿਹੜੇ ਲੋਕ ਇਸ ਦੇ ਸੇਵਾਵਾਂ ਹੋਰ ਤਰ੍ਹਾਂ ਲੈ ਰਹੇ ਆ ਤਾਂ ਉਹਨਾਂ ਨੂੰ ਲੈਣ ਦਿਓ ਅੱਡ ਸਿਮ ਦੀਆਂ। ਤਾਂ ਇੱਥੇ ਉਹੀ ਢੰਗ ਸਰਕਾਰ ਇੱਥੇ ਵਰਤ ਰਹੀ ਹੈ। ਇੱਥੇ ਹੀ ਬੱਚਿਆਂ ਦੀ ਪੜ੍ਹਾਈ ਹੈ, ਹੋਰ ਹੈ ਸਭ ਇੰਟਰਨੈਟ 'ਤੇ ਹੁਣ ਤਾਂ ਸਾਰਾ ਜੀਵਨ ਚੱਲਦਾ ਆਪਣਾ। ਉਸ ਤੋਂ ਬਿਨਾਂ ਤਾਂ ਇਹ ਲੱਗਦਾ ਵੀ ਜਿਵੇਂ ਬਿਜਲੀ ਬਿਨਾਂ ਹਨੇਰਾ ਹੋ ਜਾਂਦਾ ਹੈ ਨਾ, ਇੰਟਰਨੈਟ ਨਾ ਚੱਲੇ ਕੋਈ ਚੀਜ਼ ਪਤਾ ਹੀ ਨਹੀਂ ਚੱਲਦੀ ਵੀ ਹੋ ਕੀ ਰਿਹਾ। ਇਹ ਹੈ ਸੋ ਸਰਕਾਰ ਦਾ ਇਹ ਵੀ ਇੱਕ ਜ਼ਬਰ ਕਰਨ ਦਾ ਢੰਗ ਹੈ। ਸਾਡਾ ਆਪਸ 'ਚ ਕਮਿਊਨੀਕੇਸ਼ਨ, ਸਾਡਾ ਪਿੱਛੇ ਪੰਜਾਬ ਦੇ ਪਿੰਡਾਂ 'ਚ ਪੰਜਾਬ ਦੀ ਲੀਡਰਸ਼ਿਪ ਨਾਲ ਜਿਹੜਾ ਜਥੇਬੰਦੀਆਂ ਚਲਾਉਣੀਆਂ, ਮੋਰਚੇ ਨੂੰ ਆਰਗੇਨਾਈਜ਼ ਕਰਨਾ, ਇਹ ਸਾਰਾ ਕਿਤੇ ਨਾ ਕਿਤੇ ਸਰਕਾਰ ਸੋਚ ਸਮਝ ਕੇ ਕਰ ਰਹੀ ਹੈ। ਦੂਜਾ ਬੈਰੀਕੇਡਿੰਗਸ ਵੀ ਕਰਨੇ, ਬੈਰੀਕੇਡਿੰਗਸ ਵੀ ਲੋਕ ਘੱਟ ਆਉਣ ਇੱਥੇ। ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਵਜੂਦ ਵੀ ਲੋਕ ਤਾਂ ਬਹੁਤ ਵੱਡੀ ਗਿਣਤੀ 'ਚ ਆ ਰਹੇ ਆ। 26 ਤੋਂ ਪਹਿਲਾਂ ਜਿੰਨਾ ਮੋਰਚੇ 'ਚ ਬਹੁਤ ਵੱਡਾ ਆਭਾਰ ਸੀ, ਸਰਕਾਰ ਸਮਝਦੀ ਸੀ 26 ਤੋਂ ਬਾਅਦ ਤਾਂ ਰਹੇਗਾ ਹੀ ਨਹੀਂ, ਪਰ 26 ਤੋਂ ਬਾਅਦ ਆਭਾਰ ਨਹੀਂ ਘਟਿਆ। ਮੈਂ ਕਹਿੰਦਾ ਉਸ ਤੋਂ ਵਧਿਆ। ਸਗੋਂ ਇਹ ਆਭਾਰ ਇੱਕ ਕੁਆਲਿਟੀ ਦਾ ਆਭਾਰ, ਜਿਹੜੇ ਨੂੰ ਅਸੀਂ ਜਥੇਬੰਦੀਆਂ ਮੈਂ ਰੀਡ ਕਰਦਾ ਹਾਂ ਨਾ, 26 ਤੋਂ ਪਹਿਲਾਂ ਮੋਰਚੇ ਦੀ ਕੁਆਲਿਟੀ ਜਿਹੜੀ ਕੁਝ ਹੋਰ ਤਰ੍ਹਾਂ ਦੀ ਸੀ, ਜਿਹਦੇ ਵਿੱਚ ਮੌਜ ਮੇਲਾ ਕਰਨ ਵਾਲੇ ਲੋਕ, ਡੇਲੀ ਜਿਵੇਂ ਮੇਲਾ ਹੁੰਦਾ ਘੁੰਮਣ ਵਾਲੇ ਲੋਕ, ਖਾਣ ਪੀਣ ਵਾਲੇ ਲੋਕ, ਉਹ ਜ਼ਿਆਦਾ ਗਿਣਤੀ ਆਉਂਦੀ ਸੀ। ਹੁਣ ਜਿਹੜੀ ਗਿਣਤੀ ਆ ਰਹੀ ਹੈ ਉਹ ਹੈ ਜਿਹੜੀ ਸਹੀ ਮਾਇਨਿਆਂ 'ਚ ਖੇਤੀ ਕਾਨੂੰਨਾਂ ਦੇ ਖਿਲਾਫ ਲੜਨ ਵਾਲੀ ਹੈ, ਉਹਨਾਂ ਦੇ ਉੱਪਰ ਜਥੇਬੰਦ ਹੋ ਕੇ ਆ ਰਹੀ ਹੈ। ਔਰ ਗੁੱਸਾ ਉਹਨਾਂ ਦਾ ਇਹ ਹੈ, ਤਾਂ ਹੀ ਸਾਡੀਆਂ ਸਟੇਜਾਂ ਦਾ 26 ਤੋਂ ਪਹਿਲਾਂ ਦੀ ਸਟੇਜ, 26 ਤੋਂ ਬਾਅਦ ਦੀ ਸਟੇਜ ਦਾ ਅੰਤਰ ਦੇਖੋ ਤੁਸੀਂ, ਕਿੰਨਾ ਅੰਤਰ ਹੈ ਇਸ ਦੇ ਵਿੱਚ, ਭਾਸ਼ਣਾਂ 'ਚ ਵੀ, ਬੁਲਾਰਿਆਂ 'ਚ ਵੀ, ਗੈਦਰਿੰਗ 'ਚ ਵੀ। ਸੋ ਇਹ ਅਸਲ ਲੜਾਈ ਮੈਂ ਸਮਝਦਾ, ਅਸਲ ਲੜਾਈ 26 ਤੋਂ ਬਾਅਦ ਹੀ ਸ਼ੁਰੂ ਹੋਈ। 26 ਤੋਂ ਬਾਅਦ ਜ਼ਮੀਰ ਨੇ ਆਵਾਜ਼ ਮਾਰੀ ਆ ਲੋਕਾਂ ਨੂੰ, ਜ਼ਮੀਰ ਜਾਗ ਗਏ ਨੇ। ਜ਼ਮੀਰ ਜਾਗੀ ਹੈ ਜੀ, ਜ਼ਮੀਰ ਜਾਗੀ ਹੈ ਵੀ ਸਰਕਾਰ ਨੇ ਇੰਨਾ ਧੱਕਾ ਕੀਤਾ, ਪਹਿਲਾਂ ਕਾਨੂੰਨ ਬਣਾ ਕੇ, ਫਿਰ 26 ਨੂੰ ਸਾਨੂੰ ਆਪਸ 'ਚ ਲੜਾਉਣ ਦੀ ਗੱਲ ਕੀਤੀ, ਫਿਰ ਐਡੇ ਜਿਹੜੇ ਜ਼ਬਰ ਦੇ ਢੰਗ ਬਣਾ ਰਹੀ ਹੈ। ਲੋਕਾਂ ਦੇ ਨਾਲ ਕਿਤੇ ਕਿਤੋਂ ਦੀ ਆਤਮਾ ਜ਼ਮੀਰ ਨੇ ਝੰਡੋੜਿਆ ਉਸ ਨੂੰ ਵੀ ਉੱਠੋ। ਹੁਣ ਜਿਹੜੇ ਕਿਸਾਨ ਜਥੇਬੰਦੀਆਂ ਲੜ ਰਹੀਆਂ 6 ਮਹੀਨੇ ਦੀਆਂ, ਹਰ ਕਿਸਾਨ ਦੀ ਇਹ ਮੌਲਿਕ ਜ਼ਿੰਮੇਵਾਰੀ ਹੈ, ਜੇ ਉਹਨੂੰ ਆਪਣੀ ਖੇਤੀਬਾੜੀ ਨੂੰ ਬਚਾਉਣਾ ਹੈ, ਆਪਣੀ ਜ਼ਮੀਨ ਨੂੰ ਬਚਾਉਣਾ ਹੈ, ਜਿਹੜੀ ਧਰਤੀ ਮਾਤਾ ਹੈ, ਤਾਂ ਹੁਣ ਉੱਠੋ ਚੱਲੋ। ਤਾਂ ਹੀ ਪੰਜਾਬ ਦੇ ਤੁਸੀਂ ਦੇਖੋ ਹਰ ਪੰਚਾਇਤ ਨੇ ਮਤਾ ਪਾਇਆ, ਹਰ ਪੰਚਾਇਤ ਨੇ ਮਤਾ ਪਾ ਕੇ ਕਿਹਾ ਵੀ ਹਰ ਘਰ 'ਚੋਂ ਇੱਕ ਬੰਦਾ ਜਾਓ, ਬਦਲ ਕੇ ਜਾਓ। ਟਰਾਲੀਆਂ ਆ ਰਹੀਆਂ ਨੇ, ਲੋਕ ਪੈਸੇ ਭੇਜ ਰਹੇ ਆ, ਲੰਗਰ ਫਿਰ ਉਸ ਤਰ੍ਹਾਂ ਹੀ ਆਉਣੇ ਸ਼ੁਰੂ ਹੋ ਗਏ। ਸਾਨੂੰ 2 ਦਿਨ 'ਚ ਲੰਗਰਾਂ ਦੀ ਬੜੀ ਦਿੱਕਤ ਆਈ, ਲੋਕ ਖਾਣ ਵਾਲੇ ਨਹੀਂ ਸੀ, ਰਾਸ਼ਨ ਘਟ ਗਿਆ ਸੀ, ਪਾਣੀ ਨਹੀਂ ਸੀ। ਹੁਣ ਤਾਂ ਘਾਟ ਹੀ ਕਿਸੇ ਚੀਜ਼ ਦੀ ਨਹੀਂ ਹੈ। ਇਸ ਤੋਂ ਪਤਾ ਚੱਲਦਾ ਹੈ ਵੀ ਲੋਕ ਰੀਆਰਗੇਨਾਈਜ਼ ਹੋਏ, ਜ਼ਿਆਦਾ ਗੁੱਸੇ ਦੇ ਵਿੱਚ ਆਏ ਸਰਕਾਰ ਦੇ ਨਾਲ ਕਰਮਾਂ ਦੇ ਖਿਲਾਫ। ਤਾਂ ਮੈਂ ਸਮਝਦਾ ਵੀ ਅੰਦੋਲਨ ਜ਼ਿਆਦਾ ਚੰਗੀਆਂ ਲੀਹਾਂ ਦੇ ਉੱਪਰ ਆਇਆ, 26 ਤੋਂ ਬਾਅਦ ਅੱਛੀਆਂ ਲੀਹਾਂ ਦੇ ਉੱਪਰ ਆਇਆ, ਚੰਗੇ ਪ੍ਰੋਗਰਾਮ ਦੇ ਉੱਪਰ ਆਇਆ, ਚੰਗੀ ਨੀਤੀ ਦੇ ਉੱਪਰ ਆਇਆ।
ਔਰ ਇਹੀ ਜਿਹੜਾ ਅੰਦੋਲਨ ਹੈ ਹੁਣ ਸਰਕਾਰ ਨੂੰ ਮਜਬੂਰ ਕਰੂਗਾ ਕਿ ਉਹ ਇਹ ਖੇਤੀ ਕਾਨੂੰਨ ਰੱਦ ਕਰੇ, ਭਾਵੇਂ ਉਹ ਜੋ ਮਰਜ਼ੀ ਕਹੀ ਜਾਣ। ਪਰ ਸਰਕਾਰ ਦੇ ਅੰਦਰ ਇਹ ਗੱਲ ਉਹਨਾਂ ਨੇ ਮੰਨੀ ਹੋਈ ਹੈ ਵੀ ਖੇਤੀ ਕਾਨੂੰਨ ਸਾਤੋਂ ਗਲਤ ਬਣੇ, ਤਾਂ ਹੀ ਸੋਧਾਂ ਕਰਦੇ ਸੀ ਨਾ, ਤਾਂ ਹੀ ਉਹਨੂੰ 2 ਸਾਲ ਲਈ ਸਸਪੈਂਡ ਕਰਨਾ ਚਾਹੁੰਦੇ ਨੇ। ਜੇ ਉਹ ਕਹਿਣ ਵੀ ਬਿਲਕੁਲ ਠੀਕ ਨੇ ਤਾਂ ਨਾ ਸੋਧ ਦੀ ਲੋੜ ਹੈ ਨਾ ਸਸਪੈਂਡ ਕਰਨ ਦੀ ਲੋੜ ਹੈ। ਜੇ ਸਰਕਾਰ ਨੂੰ ਪਤਾ ਵੀ ਕਿਤੇ ਨਾ ਕਿਤੇ ਗਲਤ ਬਣੇ ਕਿ ਈਗੋ ਪ੍ਰੈਸਟੀਜ ਬਣਾਇਆ ਹੋਇਆ ਹੈ ਵੀ ਤੁਸੀਂ ਰਿਪੀਲ ਨਾ ਜੀ ਕਹੋ, ਰੱਦ ਕਰਨਾ ਨਾ ਕਹੋ, ਹੋਰ ਜੋ ਮਰਜ਼ੀ ਕਹਿ ਦਿਓ, ਪਰ ਇਹ ਜਿੰਨਾ ਲੋਕਾਂ ਦਾ ਜੋਸ਼ ਹੈ, ਅੰਦੋਲਨ ਵੱਧ ਰਿਹਾ ਹੈ, ਉਹਨਾਂ ਨੂੰ ਰੱਦ ਕਰਨੇ ਹੀ ਪੈਣੇ ਆ ਔਰ MSP ਦੇ ਕਾਨੂੰਨ ਬਣਾਉਣਾ ਪੈਣਾ, ਨਹੀਂ ਲੋਕਾਂ ਨੇ ਵਾਪਸ ਨਹੀਂ ਜਾਣਾ। ਇਹ ਮੋਰਚੇ ਨਾਲ ਵਧਣਾ ਹੈ। ਹੁਣ ਦਾ ਹਾਲਾਤ ਠੀਕ ਹੋ ਗਏ, ਠੰਡ ਵੀ ਚਲੀ ਗਈ, ਬਾਰਿਸ਼ ਵੀ ਚਲੀ ਗਈ, ਸਾਰਾ ਕੁਝ ਹੈ। ਹੁਣ ਤਾਂ ਲੋਕ ਖੁਸ਼ ਹੋ ਕੇ ਇਸ ਦੇ ਵਿੱਚ ਆ ਰਹੇ ਹੈ। ਸੋ ਇਹ ਅੰਦੋਲਨ ਹੈ, ਇਹ ਬਹੁਤ ਤੇਜ਼ ਹੋਣਾ, ਇਸ ਨੇ ਬਹੁਤ ਵਧਣਾ ਹੈ। ਸਰਕਾਰ ਦੀਆਂ ਚਾਲਾਂ ਬੇਨਕਾਬ ਹੋ ਗਈਆਂ। ਜਿਹੜੇ ਅੰਦੋਲਨ ਨੂੰ ਖੋਰਾ ਕਰਨ ਵਾਲੇ, ਕਰਾਹੇ ਪਾਉਣ ਵਾਲੇ ਲੋਕ ਸੀ, ਉਹ ਵੀ ਲਾਂਭੇ ਹੋ ਗਏ। ਹੁਣ ਉਹਨਾਂ ਦੀ ਵੀ ਚਾਲਾਂ ਅਸਫਲ ਹੋ ਗਈਆਂ। ਮੇਰਾ ਖਿਆਲ ਹੈ ਹੁਣ ਉਹ ਆਉਣਗੇ ਨਹੀਂ ਤਾਂ ਕਿਤੇ ਨਾ ਕਿਤੇ ਜੇ ਸਰਕਾਰ ਦੀ ਸਾਜ਼ਿਸ਼ਾਂ ਨੂੰ ਸਫਲ ਕਰਨ ਦੇ ਵਿੱਚ ਉਹ ਸਹਾਈ ਹੋਏ ਤਾਂ ਮੈਂ ਸਮਝਦਾ ਉਹਨੂੰ ਸਮਝ ਆ ਜਾਣੀ ਚਾਹੀਦੀ ਹੈ ਸਾਰਿਆਂ ਦੇ ਦੁਸ਼ਮਣ ਇਹ ਸਰਕਾਰ ਹੈ। ਕਿਤੇ ਉਹਨਾਂ ਨੂੰ ਵੀ ਹਮਲੇ ਦਾ ਸ਼ਿਕਾਰ ਹੋਣਾ ਪਏਗਾ ਜਿਸ ਤਰ੍ਹਾਂ ਅੱਜ ਕਿਸਾਨ ਹੋਏ ਨੇ। ਸੋ ਲੜਾਈ ਇੱਕ ਸਾਂਝੀ ਲੋਕਾਂ ਦੀ ਲੜਾਈ ਹੈ, ਇਕੱਲੇ ਕਿਸਾਨਾਂ ਦੀ ਨਹੀਂ, ਇਹ ਇੱਕ ਜਨਤਕ ਅੰਦੋਲਨ ਹੈ, ਪਬਲਿਕ ਦੀ ਲੜਾਈ ਹੈ। ਕਿਸਾਨੀ ਪੇਸ਼ੇ ਦੇ ਉੱਪਰ ਸਾਰੇ ਹੀ ਨਿਰਭਰ ਨੇ, ਕੋਈ ਦੁਕਾਨਦਾਰ ਹੋਵੇ, ਡਾਕਟਰ ਹੋਵੇ, ਪ੍ਰੋਫੈਸਰ ਹੋਵੇ, ਵਕੀਲ ਹੋਵੇ, ਨੌਜਵਾਨ ਹੋਵੇ, ਸਾਰੇ ਖੇਤੀਬਾੜੀ ਨਾਲ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਬਣੇ ਹੋਏ ਹਾਂ। ਤੋ ਖੇਤੀਬਾੜੀ ਜੇ ਆਪਣੀ ਆਰਥਿਕਤਾ ਦਾ ਧੁਰਾ ਹੈ, ਜੇ ਖੇਤੀਬਾੜੀ ਨੂੰ ਆਪਾਂ ਬਚਾਵਾਂਗੇ ਨਹੀਂ, ਇਹ ਸਾਰੇ ਲੋਕਾਂ ਦਾ ਹੁਣ ਸਾਡੇ ਮਜ਼ਦੂਰ ਬੜੇ ਬੈਠੇ ਆ, ਜਿਹੜੇ ਲੈਂਡਲੈਸ ਲੋਕ ਨੇ, ਉਹਨਾਂ ਕੋਲ ਤਾਂ ਵਿਚਾਰਿਆਂ ਕੋਲ ਜ਼ਮੀਨਾਂ ਨਹੀਂ ਹੈ, ਪਰ ਸਾਡੇ ਪਿੰਡਾਂ ਟਰਾਲੀਆਂ ਭਰ ਕੇ ਉਹ ਵੀ ਆਏ ਹੋਏ ਆ। ਉਹ ਕਹਿੰਦੇ ਜੀ ਸਾਡਾ ਰੁਜ਼ਗਾਰ ਵੀ ਤਾਂ ਖੇਤਾਂ ਨਾਲ ਹੈ, ਜੇ ਖੇਤ ਹੀ ਨਾ ਰਹੇ, ਖੇਤੀਬਾੜੀ ਨਾ ਰਹੇ ਤਾਂ ਸਾਨੂੰ ਮਜ਼ਦੂਰੀ ਕਿੱਥੋਂ ਮਿਲੂਗੀ? ਠੀਕ ਹੈ, ਇਸ ਲਈ ਇਹ ਸਭ ਦੀ ਇੱਕ ਲੜਾਈ ਬਣ ਗਈ ਹੈ। ਲੜਾਈ ਬਣ ਗਈ, ਸਭ ਦਾ ਇੱਕ ਧਰਮ ਬਣ ਗਿਆ ਖੇਤੀਬਾੜੀ ਨੂੰ ਬਚਾਉਣਾ ਹੈ। ਧਰਮ ਚਾਹੇ ਹਿੰਦੂ ਸਿੱਖ ਹੋਵੇ, ਜੋ ਮਰਜ਼ੀ ਹੋਵੇ, ਪਰ ਮੈਂ ਕਹਿੰਦਾ ਧਰਮ ਸਭ ਤੋਂ ਪਹਿਲਾਂ ਇਹ ਹੈ। ਜੇ ਸਰਕਾਰ ਸਾਡੇ ਬੁਨਿਆਦੀ ਹੱਕਾਂ ਤੇ, ਸਾਡੇ ਖਾਣ ਪੀਣ ਦੇ ਹੱਕ ਤੇ, ਸਾਡੀ ਜ਼ਮੀਨਾਂ ਤੇ ਹਮਲਾ ਕਰਦੀ ਹੈ ਤਾਂ ਸਭ ਤੋਂ ਪਹਿਲਾਂ ਧਰਮ ਦੀ ਰਾਖੀ ਕਰਦਾ। ਤੋ ਇਹ ਧਰਮ ਨੂੰ ਮੰਨਦੇ ਹੋਏ ਲੋਕ ਅੱਜ ਵੱਡੀ ਗਿਣਤੀ ਦੁਆਰਾ ਮੋਰਚੇ 'ਚ ਆ ਰਹੇ। ਜਿਹੜੀ ਸਰਕਾਰ ਦੀ ਨੀਤੀ ਆ, ਬੈਰੀਕੇਡਿੰਗ ਕੀਤੇ ਗਏ ਨੇ, ਕੰਕਰੀਟ ਦੀਆਂ ਦੀਵਾਰਾਂ ਕੀਤੀਆਂ ਗਈਆਂ ਨੇ, ਨੁਕੀਲੇ ਸਰੀਏ ਲਗਾਏ ਜਾ ਰਹੇ ਨੇ ਸੜਕਾਂ ਤੇ। ਅੱਗੇ ਤਾਂ ਲਿਖਿਆ ਹੈ ਦਿੱਲੀ ਮੇਂ ਆਪਕਾ ਹਾਰਦਿਕ ਸਵਾਗਤ ਹੈ, ਪਰ ਸਵਾਗਤ ਦੀ ਜਗ੍ਹਾ ਤੇ ਅੱਗੇ ਬੋਰਡ ਦੇ ਨੀਚੇ ਲਗਾਏ ਜਾ ਰਹੇ ਨੇ ਨੁਕੀਲੇ ਸਰੀਏ ਤਿੱਖੇ ਕਰ ਕਰਕੇ। ਉਸ ਨੂੰ ਕਿਸ ਤਰ੍ਹਾਂ ਦੇਖ ਰਹੇ? ਬਹੁਤ ਗਲਤ ਹੈ। ਮੈਂ ਕਹਿੰਦਾ ਗੈਰ ਸੰਵਿਧਾਨਕ ਹੈ, ਗੈਰ ਜਮਹੂਰੀ ਹੈ। ਜੇ ਜਿਹੜੀ ਪੁਲਿਸ ਹੈ, ਸਰਕਾਰ ਹੈ, ਜਿਹੜੀ ਕਾਨੂੰਨ ਆਪ ਬਣਾਉਂਦੀ ਹੈ, ਕਾਨੂੰਨ ਨੂੰ ਲਾਗੂ ਕਰਦੀ ਹੈ, ਉਹ ਆਪ ਹੀ ਕਾਨੂੰਨ ਦੀ ਉਲੰਘਣਾ ਕਰਦੀ ਹੈ। ਬਾੜ ਖੇਤ ਨੂੰ ਆਪ ਹੀ ਖਾਵੇ ਤਾਂ ਕੌਣ ਇਹਨੂੰ ਬਚਾਊਗਾ ਫਿਰ? ਇਹ ਜਿਹੜੇ ਲੋਕ ਨੇ, ਇਹ ਲੋਕ ਤਾਂ ਕੰਮ ਕਰਨ ਵਾਲਿਆਂ ਦਸਾਂ ਨੌਂ ਦੀ ਕਮਾਈ ਕਰ ਰਹੇ, ਇਨਸਾਫ ਪਸੰਦ ਲੋਕ ਨੇ। ਠੀਕ ਹੈ, ਇਹ ਤਾਂ ਪੀਸਫੁਲ ਬੈਠੇ 2.5-3 ਮਹੀਨੇ ਤੋਂ, ਕੋਈ ਕਾਨੂੰਨੀ ਉਲੰਘਣਾ ਨਹੀਂ ਕਰ ਰਹੇ, ਕੋਈ ਹਿੱਸਾ ਕਾਰਵਾਈ ਨਹੀਂ, ਕਿਸੇ ਮਾਰ ਕੁਟਾਈ ਨਹੀਂ, ਕਿਸੇ ਮਹੱਲੇ ਵਾਲੇ ਨੂੰ ਪਰੇਸ਼ਾਨੀ ਨਹੀਂ, ਤਾਂ ਇਹਨਾਂ ਤੋਂ ਕੀ ਖਤਰਾ ਹੈ? ਤੁਸੀਂ ਆਪ ਹੀ ਕਾਨੂੰਨ ਦੀ ਉਲੰਘਣਾ ਕਰ ਰਹੇ ਹੋ, ਆਪਣੇ ਆਪ ਹੀ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਣਾ, ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖਣਾ, ਗਲਤ ਮੁਕੱਦਮੇ ਦਰਜ ਕਰਨੇ ਬੇਦੋਸ਼ ਲੋਕਾਂ ਦੇ ਉੱਪਰ। ਕਾਨੂੰਨ ਦੀ ਤਾਂ ਜਿੰਨੇ ਆਪ ਹੀ ਉਡਾ ਰਹੀ ਹੈ ਸਰਕਾਰ ਉਹ। ਇਸ ਲਈ ਇਸ ਤੋਂ ਉਹਨਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਸਾਡੇ ਸੰਵਿਧਾਨ ਨੂੰ ਬਣਾਉਣ ਵਾਲੇ ਇਹੀ ਲੋਕ ਨੇ ਨਾ, ਬਣਾਉਣ ਵਾਲੇ ਅਸੀਂ ਤਾਂ ਨਹੀਂ ਬਣਾਇਆ। ਜਾਂ ਸੰਵਿਧਾਨ ਬਣਿਆ ਤਾਂ ਲੋਕਾਂ ਦੇ ਨੁਮਾਇੰਦੇ ਵੀ ਚਾਹੇ ਨਹੀਂ ਸੀ, ਉਸਦੇ ਸਰਕਾਰੀ ਨੁਮਾਇੰਦੇ ਸਨ, ਉਹਨਾਂ ਨੇ ਬਣਾਇਆ। ਜੇ ਆਪਣੇ ਹੁਣ ਇਹ ਸੰਵਿਧਾਨ ਨੂੰ ਆਪ ਹੀ ਧੱਜੀਆਂ ਉਡਾਉਣਗੇ, ਜਿਹੜੀ ਆਪ ਉਹ ਕਹਿੰਦੇ ਵੀ ਬਹੁਤ ਵੱਡੀ ਡੈਮੋਕ੍ਰੇਸੀ ਹੈ ਸਾਡਾ ਹਿੰਦੁਸਤਾਨ, ਅਮਰੀਕਾ ਤੋਂ ਬਾਅਦ ਦੂਜੀ, ਤਾਂ ਡੈਮੋਕ੍ਰੇਸੀ ਕਿੱਥੇ ਹੈ? ਤੁਸੀਂ ਬੇਦੋਸ਼ੇ ਲੋਕਾਂ ਨੂੰ ਜੇਲ੍ਹਾਂ 'ਚ ਡੱਕਦੇ ਹੋ, ਉਹਨਾਂ ਨੂੰ ਜਾਣ ਵੀ ਨਾ ਦਿਓ, ਝੂਠੇ ਪਰਚੇ ਦਰਜ ਕਰਾਓ, ਇੰਟਰਨੈਟ ਸੇਵਾ ਬੰਦ ਕਰੋ, ਤਾਂ ਇਹ ਸਾਰਾ ਐਂਟੀ ਡੈਮੋਕ੍ਰੈਟਿਕ ਨਹੀਂ ਹੈ। ਸੰਵਿਧਾਨਕ ਦੀ ਵੀ ਅੰਦੋਲਨ ਤਾਂ ਜਮਹੂਰੀ ਦੀ ਵੀ ਉਲੰਘਣਾ ਹੈ। ਇਸ ਲਈ ਮੈਂ ਸਮਝਦਾ ਵੀ ਸਰਕਾਰਾਂ ਨੂੰ ਇਸ ਗੱਲ ਤੋਂ ਬਾਜ਼ ਆਉਣਾ ਚਾਹੀਦਾ ਹੈ। ਲੋਕਾਂ ਨੂੰ ਜੋ ਸੰਵਿਧਾਨਕ ਹੱਕ ਮਿਲੇ ਨੇ ਤਾਂ ਉਹ ਐਕਸਰਸਾਈਜ਼ ਕਰਨ, ਪੀਸਫੁਲ ਪ੍ਰੋਟੈਸਟ ਕਰਨ, ਉਹ ਆਪਣਾ, ਇਹ ਉਹਨਾਂ ਦਾ ਹੱਕ ਵੀ ਹੈ, ਸੰਵਿਧਾਨ ਵੀ ਗਰੰਟੀ ਕਰਦਾ ਹੈ। ਇਸ ਤੋਂ ਵਾਂਝੇ ਨਹੀਂ ਕਦੇ ਕਰਨਾ ਚਾਹੀਦਾ। ਇਹ ਬਹੁਤ ਵੱਡਾ ਜਿਹੜੀ ਘੋਰ ਉਲੰਘਣਾ ਸੰਵਿਧਾਨ ਦੀ ਔਰ ਬਹੁਤ ਵੱਡੀ ਬੇਇਨਸਾਫੀ ਹੈ ਹੱਕ ਸੱਚ ਲਈ ਲੜਨ ਵਾਲੇ ਲੋਕਾਂ ਦੇ ਨਾਲ। ਕਿਸ ਤਰ੍ਹਾਂ ਦੇਖ ਰਹੇ ਹੋ ਜਿਹੜੇ ਸ਼ਾਂਤਮਈ ਬੈਠੇ ਨੇ ਕਿਸਾਨ, ਬਿਲਕੁਲ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰ ਰਹੇ ਨੇ, ਪਰ ਦਿੱਲੀ ਸਾਈਡ ਤੋਂ ਕੋਈ ਸ਼ਰਾਰਤੀ ਅਨਸਰ ਆ ਕੇ ਕਿਸਾਨਾਂ ਤੇ 29 ਤਰੀਕ ਨੂੰ ਹਮਲਾ ਕਰਦੇ ਨੇ, ਉਹਨਾਂ ਨੂੰ ਰੋਕਣ ਲਈ ਇਦਾਂ ਦੀ ਬੈਰੀਕੇਡਿੰਗ ਨਹੀਂ ਕੀਤੀ ਗਈ, ਪਰ ਜਿਹੜੇ ਸ਼ਾਂਤ ਨੇ ਉਹਨਾਂ ਨੂੰ ਰੋਕਣ ਲਈ ਇਦਾਂ ਦੀ ਬੈਰੀਕੇਡਿੰਗ। ਦੇਖੋ, ਇਹ ਵੀ ਢੰਗ ਹੈ ਸਰਕਾਰ ਦਾ ਭੜਕਾਹਟ ਪੈਦਾ ਕਰਨੀ। ਮੁੱਠੀ ਭਰ ਲੋਕ ਹੁੰਦੇ ਨੇ, ਇਹਨਾਂ ਹੀ ਪਿੰਡਾਂ ਨੂੰ ਇਕੱਠੇ ਕਰਕੇ ਦਿਹਾੜੀਆਂ ਦੇ ਕੇ ਲਿਆਉਂਦੇ ਨੇ ਇਹਨੂੰ, ਵਰਕਰ ਵੀ ਇਹਨਾਂ ਦੇ ਆਪਣੇ ਨੇ। ਥੋੜ੍ਹੇ ਬੰਦਿਆਂ ਨੂੰ ਲਿਆ ਕੇ ਤੁਸੀਂ ਕੁਝ ਇਹੋ ਜਿਹੇ ਨਾਅਰੇ ਲਾਓ, ਪ੍ਰਵੋਕ ਕਰੋ, ਭੜਕਾਹਟ ਪੈਦਾ ਕਰੋ,
ਤਾਂ ਕਿ ਕਿਸਾਨਾਂ ਨੂੰ ਦੇ ਵਿੱਚ ਕਲੈਸ਼ ਹੋ ਜਾਏ। ਕਲੈਸ਼ ਹੋ ਕੇ ਪੁਲਿਸ ਨੂੰ ਬਹਾਨਾ ਮਿਲੇ ਵੀ ਇਹ ਕਿਸਾਨ ਦਾ ਦੇਖੋ ਜੀ ਹਿੰਸਕ ਹੋ ਗਏ, ਹੁਣ ਇਹਨੂੰ ਉੱਥੋਂ ਉਠਾਓ। ਇਹ ਸਿਰਫ ਇਸ ਮਨਸੂਬੇ ਨਾਲ ਕੀਤਾ ਗਿਆ ਸੀ, ਹੋਰ ਇਹ ਨਹੀਂ ਹੈ ਕਿ ਜੇ 50 ਜਾਂ 100 ਇੱਥੇ ਵਰਕਰ ਆ ਜੇ ਤਾਂ ਇਹ ਲੱਖਾਂ ਲੋਕਾਂ ਨੂੰ ਹਟਾ ਲੈਣਗੇ। ਉਹ ਇਹ ਟਰਾਲੀਆਂ ਜਿਹੜੀਆਂ 2.5-3 ਮਹੀਨੇ ਤੋਂ ਬੈਠੇ ਕੈਂਪ, ਇਹਨਾਂ ਨੂੰ ਕੌਣ ਇੱਥੋਂ ਉਠਾ ਸਕਦਾ? ਨਾ ਲੋਕ ਉੱਠਦੇ ਨੇ। ਉਹ ਸਿਰਫ ਇੱਕ ਸਾਜ਼ਿਸ਼ ਸੀ, 26 ਦੀ ਸਾਜ਼ਿਸ਼ ਆ। ਦੂਜੀ ਸਾਜ਼ਿਸ਼ ਇਹ ਸੀ ਵੀ ਤੁਸੀਂ ਲਿਆਓ ਉਹਨਾਂ ਨੂੰ, ਲਿਆ ਕੇ ਇਹਨਾਂ ਨੂੰ ਆਪਸ 'ਚ ਪੜ੍ਹਾ ਦਿਓ ਤੇ ਪੁਲਿਸ ਨੂੰ ਫਿਰ ਬਹਾਨਾ ਮਿਲੇ, ਦੇਖੋ ਜੀ ਇਹ ਕਿਸਾਨ ਹੈ ਜਿਹੜੇ ਮਾਰ ਕੁਟਾਈ ਕਰ ਰਹੇ ਆ, ਹਿੰਸਕ ਕਾਰਵਾਈ ਕਰਦੇ ਨੇ, ਇੱਥੇ ਫੋਰਸ ਲਾਓ, ਇਹਨਾਂ ਨੂੰ ਇੱਥੇ ਸੜਕ ਖਾਲੀ ਕਰਾਓ। ਇਹ ਵੀ ਸੀ, ਉਹ ਵੀ ਮੇਰਾ ਅਗਲਾ ਫੇਲ ਹੋ ਗਿਆ। ਉਹ ਚੱਲਿਆ ਨਹੀਂ, ਸਿਰਫ 2 ਦਿਨ ਚੱਲਿਆ। 2 ਦਿਨ ਬਾਅਦ ਲੋਕਾਂ ਨੇ ਆਪ ਹੀ ਸਮਝ ਲਿਆ ਉਸਨੂੰ, ਉਹ ਵੀ ਮੂੰਹ ਦਿਖਾ ਕੇ ਚਲੇ ਗਏ, ਤਾਂ ਦੁਬਾਰਾ ਤਾਂ ਹੋਇਆ ਨਹੀਂ ਹੈ। ਮੈਂ ਕਹਿੰਦਾ ਵੀ ਇੱਕ ਤੋਂ ਬਾਅਦ ਦੂਜੀ ਸਾਜ਼ਿਸ਼ ਸਰਕਾਰ ਦੀ ਬੇਨਕਾਬ ਹੋ ਰਹੀ ਹੈ, ਨੰਗੀ ਹੋ ਰਹੀ ਹੈ, ਪਰ ਫਿਰ ਵੀ ਸਮਝ ਪਤਾ ਨਹੀਂ ਸਰਕਾਰ ਨੂੰ ਕਿਉਂ ਨਹੀਂ ਆ ਰਹੀ। ਜੇ ਹੁੰਦਾ ਤਾਂ ਇਹ ਲੋਕ ਹਫ਼ਤੇ ਜਾਂ 10 ਦਿਨ ਦੇ ਵਿੱਚ ਹੀ ਆਪਣੇ ਘਰਾਂ ਨੂੰ ਵਾਪਸ ਚਲੇ ਜਾਂਦੇ। ਹੁਣ 2.5 ਮਹੀਨੇ ਹੋਣ ਵਾਲੇ ਨੇ, ਸਾਰੇ ਕੰਮਕਾਰ ਛੱਡ ਕੇ, ਔਰਤਾਂ ਵੀ ਨੇ, ਬੱਚੇ ਵੀ ਨੇ, ਬਜ਼ੁਰਗ ਵੀ ਨੇ, ਕਿੰਨੇ ਲੋਕ ਇਹ ਬੈਠੇ ਆ ਸਾਰੇ। ਇਹ ਕੋਈ ਇਸ ਤਰ੍ਹਾਂ ਦਾ ਬੈਠੇ ਨਹੀਂ, ਖੁਸ਼ੀ ਤਾਂ ਇਹਨਾਂ ਨੂੰ ਹੈ ਨਹੀਂ, ਜਾਂ ਇਹਨਾਂ ਨੂੰ ਪਿੱਛੇ ਕੋਈ ਕੰਮ ਨਹੀਂ। ਸਾਰਿਆਂ ਦੀ ਖੇਤੀਬਾੜੀ ਪਿੱਛੇ ਹੈ, ਕਣਕਾਂ ਨੂੰ ਪਾਣੀ ਵੀ ਮਿਲਾਉਣੇ ਨੇ, ਹੋਰ ਵੀ ਕਬੀਲਦਾਰੀਆਂ ਦੇ ਕੰਮ ਨੇ। ਜੇ ਇਹਨਾਂ ਨੂੰ ਲੱਗਦਾ ਵੀ ਸਾਡੇ ਨਾਲ ਸਰਕਾਰ ਨੇ ਧੱਕਾ ਬੇਇਨਸਾਫੀ ਕੀਤੀ ਹੈ, ਕਾਨੂੰਨ ਸਾਡੇ ਖਿਲਾਫ ਬਣੇ ਨੇ, ਗਲਤ ਨੇ, ਸਾਡੀ ਖੇਤੀਬਾੜੀ ਨੂੰ ਖਤਰਾ ਹੈ, ਸਾਡੀ ਜ਼ਮੀਨਾਂ ਨੂੰ ਖਤਰਾ ਹੈ, ਤਾਂ ਹੀ ਇੱਥੇ ਬੈਠੇ ਨੇ ਨਾ। 32 ਜਥੇਬੰਦੀਆਂ ਦੇ 32 ਬੰਦੇ ਨੇ ਨਾ, 32 ਬੰਦੇ ਲੱਖਾਂ ਲੋਕਾਂ ਨੂੰ ਚੱਕ ਕੇ ਤਾਂ ਨਹੀਂ ਲਿਆ ਸਕਦੇ, ਜ਼ਬਰਦਸਤੀ ਨਹੀਂ ਲਿਆ ਸਕਦੇ। ਸਾਡੀਆਂ ਅਪੀਲਾਂ ਦੇ ਉੱਪਰ ਅਸੀਂ ਇੱਥੇ ਬੈਠੇ ਹਾਂ, ਅਸੀਂ ਆਰਗੇਨਾਈਜ਼ ਨਹੀਂ ਕਰਦੇ, ਪਿੰਡਾਂ ਜਾਂਦੇ ਨਹੀਂ, ਅਸੀਂ ਇੱਥੇ ਬੈਠੇ ਮੀਟਿੰਗ ਕਰਕੇ ਇੱਕ ਫੈਸਲਾ ਕਰਦੇ ਹਾਂ, ਉਹ ਫੈਸਲਾ ਸਾਰੇ ਦੇਸ਼ 'ਚ ਲਾਗੂ ਹੋ ਜਾਂਦਾ। ਅੱਜ ਪੰਜਾਬ ਦੇਖੋ, ਚੱਕਾ ਜਾਮ ਕਿੰਨੀ ਥਾਂ ਹੋਣਾ, ਸੜਕਾਂ 3 ਘੰਟੇ ਲਈ ਬੰਦ ਰਹਿਣੀਆਂ। ਲੋਕ ਆਪ ਮੁਹਾਰੇ ਆਪਣੀ ਖੁਸ਼ੀ ਨਾਲ, ਆਪਣੇ ਮਨ ਨਾਲ, ਆਪਣੀ ਇੱਛਾ ਨਾਲ ਅੰਦੋਲਨ ਸ਼ਾਮਲ ਹੋਏ ਹੈ, ਕਿਸੇ ਨੇ ਜ਼ਬਰਦਸਤੀ ਨਹੀਂ ਕੀਤਾ ਉਹਨਾਂ ਨੂੰ, ਕਿਉਂਕਿ ਉਹ ਸਮਝਦੇ ਨੇ ਸਰਕਾਰ ਸਾਡੇ ਖਿਲਾਫ ਧੱਕਾ ਕਰ ਰਹੀ ਹੈ, ਸਾਡੇ ਖਿਲਾਫ ਗਲਤ ਕਾਨੂੰਨ ਬਣਾ ਰਹੀ ਹੈ। ਉਹਨਾਂ ਦੇ ਖਿਲਾਫ ਲੜਨਾ ਉਹਨਾਂ ਦਾ ਮੌਲਿਕ ਅਧਿਕਾਰ ਹੈ, ਸੰਵਿਧਾਨਕ ਹੱਕ ਹੈ, ਤਾਂ ਉਹ ਲੜ ਰਹੇ ਸਾਥ ਬੈਠਾ ਨਾਲ। ਜਿੱਦਾਂ ਮੋਦੀ ਵੱਲੋਂ ਕਿਹਾ ਗਿਆ, ਮੋਦੀ ਸਾਹਿਬ ਵੱਲੋਂ ਬਈ ਜਿਹੜੇ ਕਿਸਾਨ ਨੇ ਸਾਤੋਂ 1 ਕਾਲ ਦੀ ਦੂਰੀ ਤੇ ਨੇ, ਅਗਰ ਉਹ ਗੱਲਬਾਤ ਕਰਨਾ ਚਾਹੁੰਦੇ ਨੇ ਸਾਨੂੰ ਕਾਲ ਕਰ ਸਕਦੇ ਨੇ। ਕੀ ਲੱਗਦਾ ਕਿਸੇ ਆਗੂ ਲਵੇ ਮੋਦੀ ਸਾਹਿਬ ਦਾ ਫੋਨ ਨੰਬਰ ਹੋਊਗਾ? ਦੇਖੋ, ਫੋਨ ਨੰਬਰ ਤਾਂ ਮੋਦੀ ਸਾਹਿਬ ਦੇ ਸਾਰਿਆਂ ਕੋਲ ਹੀ ਨੇ, ਪਰ 1 ਕਾਲ ਦੀ ਦੂਰੀ ਤੇ ਕਹਿਣਾ ਇੱਕ ਸ਼ਬਦੀ ਗੱਲ ਹੈ। ਇਹ ਤਾਂ ਹੈ ਨਹੀਂ ਵੀ ਕੋਈ ਮੋਦੀ ਜੀ ਨੂੰ ਪਤਾ ਨਹੀਂ ਹੈ, ਉਹਨਾਂ ਨੂੰ ਪਤਾ ਹੈ, ਉਹਨਾਂ ਦੇ ਖੇਤੀ ਮੰਤਰੀ ਨੂੰ ਵੀ ਪਤਾ ਹੈ। 11 ਮੀਟਿੰਗਸ ਹੋ ਗਈਆਂ ਨੇ। ਹੁਣ 1 ਕਾਲ ਦੀ ਦੂਰੀ ਕਹਿ ਕੇ ਤੁਸੀਂ ਦੂਜੇ ਪਾਸੇ ਇਹ ਕੰਮ ਕਰੋ ਜਿਹੜਾ ਤੁਸੀਂ ਪਹਿਲਾਂ ਜ਼ਿਕਰ ਕੀਤਾ ਹੈ। ਇਹ ਹੋ ਗਿਆ ਨਾ ਵੀ ਇੱਕ ਤੁਸੀਂ ਕਹੋ ਵੀ ਹੱਥ ਪੈਰਾਂ ਨੂੰ, ਇੱਕ ਪੱਗ ਨੂੰ, ਇਹ ਤਾਂ ਇਹ ਕੰਮ ਹੈ। ਇਹ 2 ਚੀਜ਼ਾਂ ਇਕੱਠੇ ਨਹੀਂ ਚੱਲਿਆ ਕਰਦੀਆਂ। ਪਹਿਲਾਂ ਹਰ ਚੀਜ਼ ਦਾ ਮਾਹੌਲ ਬਣਾਉਣਾ ਪੈਂਦਾ ਹੈ। ਆਪਾਂ ਪਿੰਡਾਂ 'ਚ ਗੱਲ ਕਰਦੇ ਹਾਂ, ਇੱਕ ਪਾਸੇ ਮਾਰ ਕਟਾਈ ਹੋ ਰਹੀ ਹੈ, ਦੂਜੇ ਪਾਸੇ ਆਓ ਜੀ ਗੱਲਬਾਤ ਵੀ ਕਰੀਏ, ਇਹ ਤਾਂ ਕਦੇ ਹੁੰਦਾ ਨਹੀਂ ਹੈ। ਤਾਂ ਅਸੀਂ ਕਿਹਾ ਵੀ ਪਹਿਲਾਂ ਤੁਸੀਂ ਮਾਹੌਲ ਬਣਾਓ, ਜਿਹੜੇ ਬੇਦੋਸ਼ੇ ਲੋਕ ਬੈਠੇ ਜਿਹੜਾ ਉਹਨਾਂ ਨੂੰ ਵੀ ਬਾਹਰ ਆਉਣ ਦਿਓ, ਲਾਪਤਾਂ ਦਾ ਵੀ ਪਤਾ ਚੱਲਣ ਦਿਓ। ਇਹ ਸਾਰੀਆਂ ਜਿਹੜੀਆਂ ਤੁਸੀਂ ਇੱਥੇ ਜ਼ਬਰ ਦੀ ਕਦਮ ਲੈ ਰਹੇ, ਕਦਮਾਂ ਨੂੰ ਹਟਾਓ ਇੱਥੋਂ। ਪੱਤਰਕਾਰਾਂ ਨੂੰ ਆਜ਼ਾਦੀ ਵੀ ਦਿਓ। ਸਾਡੇ ਜਿਹੜੇ ਜਥੇਬੰਦੀਆਂ ਦੇ ਆਗੂ ਉਹਨਾਂ ਨੂੰ ਤੁਸੀਂ ਸ਼ੋਅ ਕਰ ਨੋਟਿਸ ਉਹ ਵੀ ਵਾਪਸ ਕਰੋ। ਇੰਟਰਨੈਟ ਸੇਵਾ ਹੀ ਬੰਦ ਕਰੋ। ਜਿਹੜੇ ਬਾਕੀ ਸਾਰਾ ਤੁਸੀਂ ਕਿਤੇ ਬਿਜਲੀ, ਪਾਣੀ, ਕਿਤੇ ਹੋਰ ਰੁਕਾਵਟਾਂ, ਬੈਰੀਕੇਡਿੰਗ, ਇਹ ਕਾਹਦੇ ਲਈ ਕਰ ਰਹੇ ਹੋ ਤੁਸੀਂ? ਜੇ ਗੱਲਬਾਤ ਕਰਕੇ ਸਰਕਾਰ ਮਸਲਾ ਹੱਲ ਕਰਨਾ ਚਾਹੁੰਦੀ ਹੈ ਤਾਂ ਇਹਦੀ ਤਾਂ ਲੋੜ ਹੀ ਨਹੀਂ ਹੈ। ਅਸੀਂ ਕਿਹੜਾ ਬੈਰੀਕੇਡ ਤੋੜ ਕੇ ਅੱਗੇ ਜਾ ਰਹੇ ਹਾਂ? ਅਸੀਂ ਤਾਂ ਗਏ ਹੀ ਨਹੀਂ। 2.5 ਮਹੀਨੇ ਤੋਂ ਅਸੀਂ ਤਾਂ ਇਸ ਤੋਂ ਅੱਗੇ ਨਹੀਂ ਕਦੇ ਗਏ ਚੱਲ ਕੇ। ਜੇ ਸਰਕਾਰ ਨੇ ਮੀਟਿੰਗ ਲਈ ਬੁਲਾਇਆ ਤਾਂ ਗਏ, ਨਹੀਂ ਜਾਂਦੇ ਹੀ ਨਹੀਂ ਅਸੀਂ ਤਾਂ ਇਹ ਕਰਨ ਦੀ ਕੋਈ ਲੋੜ ਨਹੀਂ ਹੈ। ਇਹ ਲੋੜ ਇਸ ਕਰਕੇ ਵੀ ਵੈਸੇ ਟੈਰਰਿਜ਼ ਕਰਨਾ ਚਾਹੁੰਦੇ ਨੇ ਵੀ ਸ਼ਾਇਦ ਡਰ ਕੇ ਸਹਿਮ ਨਾਲ ਹੀ ਕੋਈ ਮਸਲਾ ਹੱਲ ਹੋ ਜਾਏਗਾ। ਇਸ ਤਰ੍ਹਾਂ ਕਦੇ ਨਹੀਂ ਹੁੰਦਾ ਹੈ। ਇਤਿਹਾਸ ਗਵਾਹ ਇਸ ਗੱਲ ਦਾ ਵੀ ਜਿੰਨਾ ਵੀ ਸ਼ਾਂਤਮਈ ਲੋਕਾਂ ਦੇ ਉੱਪਰ ਜ਼ਬਰ ਹੋਇਆ, ਉਹ ਉਨੇ ਹੀ ਗੁੱਸੇ ਨਾਲ ਉਸ ਦੇ ਖਿਲਾਫ ਲਾਮਬੰਦ ਹੋਏ, ਸਰਕਾਰ ਦੇ ਕੋਲ ਖੜੇ ਹੋਏ, ਉਨੇ ਹੀ ਖੜੇ ਹੋਏ ਨੇ। ਜਬ ਇਹ ਬਾਣ ਲੱਗ ਗਿਆ ਤਬ ਰੋਜ਼ ਜਗ ਗਿਆ। ਇਸ ਲਈ ਜਿਉਂ-ਜਿਉਂ ਜ਼ਬਰ ਹੋਣਾ ਹੈ, ਲੋਕਾਂ ਦਾ ਗੁੱਸਾ, ਲੋਕਾਂ ਦੀ ਲਾਮਬੰਦੀ ਵਧਣੀ ਹੈ। ਸਰਕਾਰ ਨੂੰ ਪਤਾ ਨਹੀਂ ਹੈ ਕਿਉਂ ਨਹੀਂ ਸਮਝ ਆ ਰਹੀ। ਜੇ ਹੁਣ ਨਹੀਂ ਸਮਝ ਆਈ, ਹੋਰ 10 ਦਿਨ ਨੂੰ ਸਮਝ ਆ ਜਾਊਗੀ। ਇਸ ਲਈ ਮਸਲਾ ਜਿਹੜਾ ਕੋਈ ਵੀ ਗੱਲਬਾਤ ਨਾਲ ਹੀ ਹੱਲ ਹੋਣਾ ਹੈ। ਗੱਲਬਾਤ ਲਈ ਅਸੀਂ ਜਾਵਾਂਗੇ, ਬਸ਼ਰਤੇ ਸਾਰਾ ਮਾਹੌਲ ਗੱਲਬਾਤ ਦਾ ਪੈਦਾ ਹੋ ਜਾਏ। ਪਹਿਲਾਂ ਵੀ 11 ਵਾਰੀ ਜਾਂ ਸਰਕਾਰ ਨੇ ਬੁਲਾਇਆ, ਗੱਲਬਾਤ ਕੀਤੀ ਹੈ। ਹੁਣ ਵੀ ਜਦੋਂ ਬੁਲਾਉਣਗੇ ਤਾਂ ਗੱਲਬਾਤ ਕਰਾਂਗੇ, ਡਿਸਕਸ਼ਨ ਕਰਾਂਗੇ, ਆਰਗੂਮੈਂਟ ਹੋਏਗਾ, ਉਹਦੇ ਉੱਪਰ ਹੀ ਕੋਈ ਹੱਲ ਨਿਕਲੇਗਾ। ਉਸ ਤੋਂ ਕਦੇ ਅਸੀਂ ਇਨਕਾਰੀ ਨਹੀਂ। ਜੇ ਕੋਈ ਹੱਲ ਨਿਕਲਦਾ ਹੈ ਤਾਂ ਜਿਨ੍ਹਾਂ ਤੇ ਝੂਠੇ ਪਰਚੇ ਕੀਤੇ ਗਏ ਨੇ ਉਹ ਵੀ ਰੱਦ ਕਰਨ ਦੀ ਮੰਗ ਕੀਤੀ ਜਾਊਗੀ। ਬਿਲਕੁਲ ਬਿਲਕੁਲ ਜੀ। ਜਿਹੜੇ ਸਾਡੇ ਦੇ ਪਰਚੇ ਨੇ, ਜਿਹੜੇ ਉਹ ਪਰਚੇ ਹੈ ਜਾਂ ਹੋਰ ਕੋਈ ਜ਼ਬਰ ਹੈ, ਸਾਰਿਆਂ ਨੂੰ ਸਾਡੀ ਪਹਿਲੀ ਕੰਡੀਸ਼ਨ ਹੈ ਜੀ ਕਿ ਪਹਿਲਾਂ ਸਾਰੇ ਲੋਕਾਂ ਨੂੰ ਬਾਹਰ ਕੱਢੋ,
ਪਰਚੇ ਰੱਦ ਕਰੋ, ਗੱਲਬਾਤ ਦਾ ਮਾਹੌਲ ਬਣਾਓ। ਇਹ ਸਾਡੀ ਪਹਿਲੀ ਸ਼ਰਤ ਹੋਈ ਜਾਂ ਗੱਲਬਾਤ ਲਈ, ਉਸ ਤੋਂ ਬਾਅਦ ਹੀ ਗੱਲਬਾਤ ਹੋਵੇਗੀ ਅੱਗੇ। ਇਹ ਅਸੀਂ ਪਹਿਲਾਂ ਹੀ ਕਿਹਾ। ਧੰਨਵਾਦ ਜੀ। ਹਾਂਜੀ, ਇਹ ਸਾਨੂੰ ਐਡਵੋਕੇਟ ਪ੍ਰੇਮ ਸਿੰਘ ਭੰਗੂ ਸਾਡੇ ਨਾਲ ਮੈਮ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ ਉਹ ਕਿਸ ਤਰ੍ਹਾਂ ਦੇਖਦੇ ਨੇ ਸਰਕਾਰ ਦੇ ਰਵੱਈਏ ਨੂੰ। ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਕੀ ਨਾਮ ਹੈ ਜੀ? ਹਾਂਜੀ, ਮੈਂ ਪ੍ਰੋਫੈਸਰ ਰਣਬੀਰ ਕੌਰ ਭੰਗੂ ਜੀ। ਹਾਂਜੀ ਮੈਮ, ਕਿਸ ਤਰ੍ਹਾਂ ਦੇਖ ਰਹੇ ਹੋ ਜਿਹੜਾ ਸਰਕਾਰ ਦਾ ਰਵੱਈਆ ਹੈ? ਕਿਸਾਨ ਕਾਫੀ ਲੰਮੇ ਟਾਈਮ ਤੋਂ ਬੈਠੇ ਨੇ, ਸਰਦੀ ਦਾ ਮੌਸਮ ਸੀਗਾ, ਬਾਰਿਸ਼ਾਂ ਵੀ ਹੁੰਦੀਆਂ ਰਹੀਆਂ ਨੇ, ਪਰ ਕਿਸਾਨ ਸ਼ਾਂਤਮਈ ਬੈਠੇ ਨੇ। ਸਰਕਾਰ ਵੈਰੀਗੇਟਿੰਗ ਕਰ ਰਹੀ ਆ ਤੇ ਭੜਕਾਊ ਬਿਆਨ ਦਿੱਤੇ ਜਾਂਦੇ ਨੇ ਕਈ ਇਹਨਾਂ ਦੇ ਲੀਡਰਾਂ ਵੱਲੋਂ, ਕੀ ਕहेंगे? ਹਾਂਜੀ, ਸਰਕਾਰ ਦਾ ਰਵੱਈਆ ਜਿਹੜਾ ਬਹੁਤ ਮੰਦਭਾਗਾ ਹੈ। ਦੇਖੋ, ਪ੍ਰੋਟੈਸਟ ਕਰਨਾ, ਧਰਨਾ ਲਗਾਉਣਾ ਇੱਕ ਫੰਡਾਮੈਂਟਲ ਰਾਈਟ ਹੈ, ਔਰ ਇਸ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਇਹ ਕਲੀਅਰਲੀ ਕਹਿ ਦਿੱਤਾ ਹੈ ਕਿ ਅਸੀਂ ਕਿਸਾਨਾਂ ਨੂੰ ਨਹੀਂ ਉਠਾ ਸਕਦੇ। ਤੁਸੀਂ ਰੋਕਿਆ ਉਹਨਾਂ ਨੇ ਉੱਥੇ ਆਪਣਾ ਧਰਨਾ ਲਗਾਇਆ ਹੈ, ਇਸ ਕਰਕੇ ਇਹ ਤੁਸੀਂ ਵੀ ਇਸ ਦੀ ਉਲੰਘਣਾ ਕਰ ਰਹੇ ਨੇ, ਨਾ ਕਿ ਕਿਸਾਨ ਇਹਦੀ ਉਲੰਘਣਾ ਕਰ ਰਹੇ ਨੇ। ਸੋ 26 ਨੂੰ ਜੋ ਹੋਇਆ ਉਹ ਬਹੁਤ ਹੀ ਮੰਦਭਾਗਾ ਸੀਗਾ। ਮੈਂ ਵੀ ਉਸ ਪਰੇਡ ਦੇ ਵਿੱਚ ਸ਼ਾਮਲ ਸੀਗੀ, ਔਰ ਵੀ ਇਹ ਡੀਪ ਰੂਟਡ ਕੌਨਸਪੀਰੇਸੀ ਸੀ ਸਰਕਾਰ ਦੀ, ਜਿਹਦੇ ਵਿੱਚ ਸਾਡੇ ਕੁਝ ਨੌਜਵਾਨਾਂ ਨੂੰ ਗਮਰਾਹ ਕੀਤਾ ਗਿਆ ਔਰ ਉਹਨਾਂ ਨੂੰ ਜਾਣਬੁੱਝ ਕੇ ਲਾਲ ਕਿਲੇ ਵੱਲ ਲਿਜਾਇਆ ਗਿਆ। ਔਰ ਦੂਸਰੇ ਪਾਸੇ ਜਿਹੜਾ ਰਿੰਗ ਰੋਡ ਸੀਗਾ, ਜਿਹਨੂੰ ਵੀ ਇਜਾਜ਼ਤ ਦਿੱਤੀ ਗਈ ਸੀ, ਜਿਹੜਾ ਪਾਸ ਕੀਤਾ ਗਿਆ ਸੀਗਾ, ਤੇ ਵੀ ਤੁਸੀਂ ਉਹਨੂੰ ਉੱਥੇ ਬੈਰੀਕੇਡਿੰਗ ਕੀਤੀ ਗਈ ਔਰ ਤੁਹਾਨੂੰ ਰੋਕਿਆ ਗਿਆ ਸੀ। ਅਸੀਂ ਸਾਰਾ ਕੁਝ ਆਪਣੀ ਅੱਖੀਂ ਦੇਖਿਆ ਹੈ, ਜਿਹੜਾ ਕਿ ਬਹੁਤ ਹੀ ਮੰਦਭਾਗਾ ਸੀਗਾ। ਪਰ ਹਰਜੀਤ ਗਰੇਵਾਲ ਤਾਂ ਬਿਆਨ ਦੇ ਰਿਹਾ ਹੈ ਕਿ ਕਿਸਾਨਾਂ ਨਾਲ ਹੁਣ ਸਰਕਾਰ ਕੋਈ ਗੱਲ ਨਹੀਂ ਕਰੂਗੀ, ਕਾਨੂੰਨ ਰੱਦ ਨਹੀਂ ਹੋਣਗੇ। ਉਹਨਾਂ ਨੇ ਜਿਹੜਾ ਐਗਰੀਮੈਂਟ ਸੀਗਾ ਉਹਦੇ ਤੇ ਚੱਲੇ ਨਹੀਂ, ਉਹਨਾਂ ਨੂੰ ਜਿਹੜਾ ਰੂਟ ਦਿੱਤਾ ਗਿਆ ਸੀ ਉਹਦੇ ਤੇ ਉਹਨਾਂ ਨੇ ਆਪਰੇਟ ਨਹੀਂ ਕੀਤੀ, ਉਹ ਲਾਲ ਕਿਲੇ ਗਏ ਨੇ, ਉਹਨਾਂ ਨੇ ਉਲੰਘਣਾ ਕੀਤੀ ਹੈ। ਨਹੀਂ, ਇਸੇ ਕਰਕੇ ਵੀ ਉਹ ਕਿਉਂਕਿ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਕੀਤੀ ਹੈ ਵੀ ਇਹ ਇੱਕ ਡੀਪ ਰੂਟਡ ਕੌਨਸਪੀਰੇਸੀ ਸੀ ਜਿਹੜੀ ਸਰਕਾਰ ਨੇ ਕੀਤੀ ਹੈ। ਉਹ ਤਾਂ ਹਰਜੀਤ ਗਰੇਵਾਲ ਤਾਂ ਬਹੁਤ ਕੁਝ ਕਹਿੰਦਾ ਹੈ ਕਿਸਾਨਾਂ ਦੇ ਬਾਰੇ, ਕਿਸਾਨੀ ਲੀਡਰਾਂ ਦੇ ਬਾਰੇ ਵੀ ਬਹੁਤ ਕੁਝ ਕਹਿ ਰਿਹਾ। ਉਹਦੇ ਕਹਿਣ 'ਤੇ ਕੋਈ ਅਹਿਮੀਅਤ ਨਹੀਂ ਹੈ, ਉਹਦੀ ਕੋਈ ਇੰਪੋਰਟੈਂਸ ਨਹੀਂ ਹੈ। ਜਿੱਦਾਂ ਵੈਰੀਗੇਟਿੰਗ ਕੀਤੇ ਗਏ ਨੇ, ਨੁਕੀਲੇ ਕਿੱਲ ਲਗਾਏ ਗਏ ਨੇ, ਕੰਕਰੀਟ ਦੀਆਂ ਦੀਵਾਰਾਂ ਕੀਤੀਆਂ ਗਈਆਂ ਨੇ, ਥੋੜਾ ਰਸਤਾ ਸੀਗਾ, ਲੋਕ ਲੰਘਦੇ ਸੀਗੇ ਉੱਥੇ ਦੁਕਾਨਾਂ ਨੇ ਕਾਫੀ ਲੋਕਾਂ ਦੀਆਂ, ਉਹ ਵੀ ਖੁੱਲੀਆਂ ਸੀਗੀਆਂ, ਰੁਜ਼ਗਾਰ ਠੱਪ ਹੋ ਗਏ ਨੇ, ਉਧਰ ਨੂੰ ਲੰਘਣ ਵਾਲਿਆਂ ਦਾ ਰਸਤਾ ਬੰਦ ਕੀਤਾ ਗਿਆ। ਉਸ ਨੂੰ ਕਿਸ ਤਰ੍ਹਾਂ ਦੇਖਦੇ? ਹਾਂਜੀ, ਇਹ 26 ਤੋਂ ਬਾਅਦ ਦੀ ਇਹ ਜਿਹੜੀ ਹੈ ਡਿਵੈਲਪਮੈਂਟ ਹੈ ਜਿਹੜੀ ਸਰਕਾਰ ਨੇ ਕੀਤੀ ਹੈ ਟੂ ਕ੍ਰੀਏਟ ਟੈਰਰ ਅਮੰਗ ਲੋਕਲ ਪੀਪਲ ਅਲੰਗ ਮਈ ਹੈ, ਜਿਹੜੀ ਸਰਕਾਰ ਕਿਸਾਨਾਂ ਨੂੰ ਡਰਾਉਣ ਦੇ ਲਈ ਆ, ਜਿਹੜੇ ਲੋਕਲ ਲੋਕ ਨੇ ਇੱਥੇ ਦੇ ਉਹਨਾਂ ਨੂੰ ਡਰਾਉਣ ਦੇ ਲਈ ਇਹ ਉਹ ਕਰ ਰਿਹਾ। ਪਰ ਲੋਕੀ ਨਾ ਕਿਸਾਨ ਡਰ, ਨਾ ਮੈਂ ਲੋਕੀ ਡਰ। ਮੈਂ ਕਹਿੰਦੀ ਮੈਂ ਵੀ ਕੁੰਡਲੀ ਦੇ ਲੋਕਾਂ ਦੀ ਔਰ ਸਿੰਘੂ ਪਿੰਡ ਦੇ ਲੋਕਾਂ ਦੀ ਮੈਂ ਤਾਂ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣੇ ਘਰ-ਬਾਰ ਸਭ ਕੁਝ ਸਾਨੂੰ ਕਿਸਾਨਾਂ ਨੂੰ ਅਰਪਣ ਕਰ ਦਿੱਤਾ ਵੀ ਤੁਸੀਂ ਸਾਡੇ ਘਰਾਂ 'ਚ ਰਹੇ ਔਰ ਸਾਨੂੰ ਉਹ ਹਰ ਸਹੂਲੀਅਤ ਦੇ ਰਹੇ ਨੇ। ਅਤੇ ਇਸ ਕਰਕੇ ਮੈਂ ਤਾਂ ਕਹਿੰਦੀ ਹਾਂ ਈਵਨ ਵੀ ਜਿਹੜਾ ਹੈ ਇਸਤਰੀ ਦਾ ਬਹੁਤ ਵੱਡਾ ਰੋਲ ਹੈ ਇਸ ਅੰਦੋਲਨ ਦੇ ਵਿੱਚ। ਔਰ ਤੁਸੀਂ ਦੇਖਿਆ ਕਿ ਕਿੰਨੀਆਂ ਹਜ਼ਾਰਾਂ ਦੇ ਗਿਣਤੀ ਵਿੱਚ ਦਿਨ ਬੇ ਦਿਨ ਵੀ ਇਸਤਰੀਆਂ ਇਸ ਅੰਦੋਲਨ ਦੇ ਵਿੱਚ ਪਾਰਟੀਸਪੇਟ ਕਰ ਰਹੀਆਂ। ਦੇਖੋ, ਕੋਈ ਵੀ ਮੂਵਮੈਂਟ ਹੈ, ਕੋਈ ਵੀ ਅੰਦੋਲਨ ਉਦੋਂ ਤੱਕ ਸਫਲ ਨਹੀਂ ਹੁੰਦਾ ਜਦੋਂ ਤੱਕ ਇਸ ਚੀਜ਼ ਦਾ ਪੂਰਾ ਸਹਿਯੋਗ ਨਾ ਹੋਵੇ। ਸੋ ਇਸ ਕਰਕੇ ਮੈਂ ਤਾਂ ਬੀਇੰਗ ਆ ਫੀਮੇਲ, ਬੀਇੰਗ ਆ ਲੇਡੀ, ਮੈਂ ਤਾਂ ਆਪਣੀਆਂ ਭੈਣਾਂ ਨੂੰ ਸਲਾਮ ਕਰਦੀ ਹਾਂ ਜਿਹੜਾ ਕਿ ਇਸ ਅੰਦੋਲਨ 'ਚ ਪਾਰਟੀਸਪੇਟ ਕਰ ਰਹੀਆਂ, ਆਪਣੇ ਤਹਿ ਦਿਲੋਂ ਕਰ ਰਹੀਆਂ ਨੇ ਔਰ ਪਿੰਡਾਂ ਤੋਂ ਉੱਠ ਕੇ ਕਰ ਰਹੀਆਂ ਨੇ। ਵੀ ਉਹ ਸ਼ਹਿਰੀ ਔਰਤਾਂ ਨਹੀਂ ਹੈ, ਉਹ ਪਿੰਡਾਂ ਤੋਂ ਉੱਠ ਕੇ ਆ ਰਹੀਆਂ ਨੇ। ਪ੍ਰਧਾਨ ਮੰਤਰੀ ਸਾਹਿਬ ਵੀ ਕਹਿੰਦੇ ਨੇ ਅਸੀਂ ਨਾਰੀ ਦੀ ਇੱਜ਼ਤ ਕਰਦੇ ਹਾਂ, ਉਹਨਾਂ ਨੂੰ ਸਨਮਾਨ ਦਿੰਦੇ ਹਾਂ, ਪਰ ਉਹਨਾਂ ਦੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ 29 ਨੂੰ ਮਹਿਲਾਵਾਂ ਦੇ ਟੈਂਟ ਦੇ ਉੱਤੇ ਹਮਲਾ ਕੀਤਾ ਗਿਆ। ਉੱਥੇ ਕੋਈ ਅੰਦਰ ਜਾ ਨਹੀਂ ਸਕਦਾ, ਪਰ ਉਹਨਾਂ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕੀਤਾ ਗਿਆ, ਪਥਰਾਓ ਕੀਤਾ ਗਿਆ। ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਹਾਂਜੀ, ਉਹ ਵੀ ਬਹੁਤ ਹੀ ਮੰਦਭਾਗਾ ਇੰਸੀਡੈਂਟ ਸੀਗਾ। ਵੀ ਤੁਸੀਂ ਦੇਖੋ, ਇੱਕ ਪਾਸੇ ਸਰਕਾਰ ਕਹਿੰਦੇ ਕਿ ਅਸੀਂ ਨਾਰੀ ਸ਼ਕਤੀ ਨੂੰ ਐਕਨੋਲੇਜ ਕਰਦੇ ਹਾਂ, ਉਹ ਕਰਦੇ ਹਾਂ, ਔਰ ਤੁਸੀਂ ਇਸ ਮੋਰਚੇ 'ਚ ਦੇਖੋ, ਮੈਂ ਕੱਲ ਬੀਇੰਗ ਪ੍ਰੋਫੈਸਰ ਫਰੋਮ ਲਾਅ ਡਿਪਾਰਟਮੈਂਟ ਕਾਨੂੰਨੀ ਉਹਦੇ 'ਤੇ, ਮੈਂ ਯੰਗ ਸਾਡੇ ਐਡਵੋਕੇਟਸ ਬੈਠੇ ਨੇ ਜਿਹੜੇ ਇੱਥੇ ਹੈਲਪਲਾਈਨ ਡੈਸਕ ਲੀਗਲ ਹੈਲਪ, ਮੈਂ ਇਹਨਾਂ ਦੇ ਨਾਲ ਟਰਾਲੀ ਟੂ ਟਰਾਲੀ ਵਿਜ਼ਿਟ ਕੀਤਾ ਇਹਨਾਂ ਦੇ ਨਾਲ। ਦੇਖੋ, ਉਹਨਾਂ ਦੀਆਂ ਬੰਦੇ ਦੀਆਂ ਭਾਵਨਾਵਾਂ ਅਸੀਂ ਰਾਤ ਨੂੰ 7-8 ਵਜੇ ਤੱਕ ਕਰਦੇ ਰਹੀਏ। ਇਹ ਕੁੜੀਆਂ ਯੰਗ ਐਡਵੋਕੇਟਸ ਨੇ ਜਿਹੜੇ 25-26 ਤੋਂ ਲੈ ਕੇ 30 ਸਾਲ ਤੱਕ ਦੇ ਨੇ, ਅਨਮੈਰਿਡ। ਇਹਨਾਂ ਦੇ ਮਾਂ-ਬਾਪਿਆਂ ਦੀ ਤੁਸੀਂ ਹਲਾਸ਼ੇਰੀ ਦੇਖੋ, ਇਹਨਾਂ ਲੜਕੀਆਂ ਦੀ ਹਲਾਸ਼ੇਰੀ, ਅਨਮੈਰਿਡ ਲੜਕੀਆਂ ਨੇ ਜਿਹੜੀਆਂ ਕਿ ਰਾਤ ਨੂੰ 12 ਵਜੇ ਤੱਕ ਵੀ ਸੇਫ ਐਂਡ ਸਾਊਂਡ। ਉਹ ਕਹਿੰਦੇ ਜਦੋਂ ਬੀਜੇਪੀ ਦੇ ਵਿੱਚ ਅਸੀਂ ਵੀ ਵਰਕਰਾਂ 'ਚ ਜਾਊਂਗੇ ਉੱਥੋਂ ਅਸੀਂ ਉੱਥੇ ਅਨਸੇਫ ਹੈ, ਸਾਨੂੰ ਤਾਂ ਇੱਥੇ ਕੁਝ ਲੱਗਦਾ ਹੀ ਨਹੀਂ। ਉਹਨਾਂ ਨੇ ਆਪਣੇ ਘਰ ਬਣਾ ਲਏ ਨੇ, ਇਸ ਅੰਦੋਲਨ ਨੂੰ ਆਪਣਾ ਘਰ ਬਣਾ ਲਿਆ।
ਜੋ ਨੌਜਵਾਨ ਨੇ ਇੱਥੇ ਨਿਰਦੋਸ਼ ਨੌਜਵਾਨ ਵੀ ਅਰੈਸਟ ਕੀਤੇ ਗਏ ਨੇ। ਇੱਕ ਬਾਪੂ ਜੀ ਆਏ ਸਮਾਣੇ ਤੋਂ, 3 ਭੈਣਾਂ ਦਾ ਇਕੱਲਾ ਭਰਾ ਸੀਗਾ, ਉਹਨੂੰ ਇੱਥੋਂ 29 ਨੂੰ ਆ ਕੇ ਸਟੇਜ ਦੇ ਮਗਰੋਂ ਅਰੈਸਟ ਕੀਤਾ। 29 ਨੂੰ ਆਇਆ ਸੀਗਾ, ਉਸ ਦਾ ਪਤਾ ਵੀ ਨਹੀਂ ਲੱਗਿਆ। ਉਸਦੇ ਘਰ 'ਚ ਕੋਈ ਇਦਾਂ ਦਾ ਵੀ ਮੈਂਬਰ ਨਹੀਂ ਜਿਹੜਾ ਆ ਕੇ ਉਸਦੇ ਕੇਸ ਦੀ ਪੈਰਵਾਈ ਕਰ ਸਕੇ। ਨਹੀਂ ਉਹ ਬੰਦੇ ਕੱਲ ਇੱਥੇ ਸਾਡੇ ਲੀਗਲ ਹੈਲਪ ਆਏ ਸੀਗੇ। ਅਸੀਂ ਉਹਨਾਂ ਨੂੰ ਇਹੀ ਇੰਸ਼ੋਰ ਕੀਤਾ ਸੀ ਵੀ ਅਸੀਂ ਇਹ ਦੇਖਾਂਗੇ ਵੀ ਉਹ ਅਰੈਸਟਡ ਪਰਸਨ ਦੇ ਵਿੱਚ ਤਾਂ ਨਹੀਂ ਹੈ। ਉਹਨਾਂ ਦੀ ਲਿਸਟ ਜਿੱਦਾਂ ਕਿ ਤੁਹਾਨੂੰ ਪੰਗੂ ਸਾਹਿਬ ਨੇ ਜਿਹੜੇ ਲੀਗਲ ਪੈਨਲ ਦੇ ਕਨਵੀਨਰ ਨੇ ਤੁਹਾਨੂੰ ਦੱਸਿਆ ਹੀ ਹੈ ਕਿ ਵੀ ਅਸੀਂ ਉਹ ਸਾਰਾ ਕੁਝ ਦੇਗਾ। ਉਹ ਸਾਨੂੰ ਉਹਨਾਂ ਨੇ ਕੰਟੈਕਟ ਕੀਤਾ ਹੋਇਆ, ਜਿਹੜੇ ਸਮਾਣੇ ਦੀ ਫੈਮਿਲੀ ਹੈ ਨਾ, ਉਹ ਆਏ ਸੀਗੇ ਸਾਡੇ ਕੋਲ। ਅਸੀਂ ਉਹਨਾਂ ਨੂੰ ਇੰਸ਼ੋਰ ਕੀਤਾ ਕਿ ਤੁਹਾਡਾ ਵੀ ਜਲਦੀ ਤੋਂ ਜਲਦੀ ਜੋ ਵੀ ਹੋਏਗਾ ਅਸੀਂ ਕਰਾਂਗੇ। ਤੇ ਹੁਣ ਕੀ ਲੱਗ ਰਿਹਾ ਹੈ ਜੇ ਮੀਟਿੰਗ ਹੋਊਗੀ ਅੱਗੇ ਸਰਕਾਰ ਨਾਲ, ਜਿਹੜੀਆਂ ਸਰਕਾਰ ਦਾ ਮੋਦੀ ਸਾਹਿਬ ਦਾ ਬਿਆਨ ਆਉਂਦਾ ਸੀ ਇੱਕ ਫੋਨ ਕਾਲ ਦੀ ਦੂਰੀ ਤੋਂ ਆ ਕਿਸਾਨਾਂ ਤੋਂ, ਕੀ ਲੱਗਦਾ ਅੱਗੇ ਮੀਟਿੰਗ ਹੋਊਗੀ ਜਾਂ ਕਿਸਾਨ ਪਹਿਲਾਂ ਜਿਹੜਾ ਮਾਹੌਲ ਆ ਉਹਨੂੰ ਸੁਧਾਰਨ ਦੀ ਗੱਲ ਕਰਨਗੇ? ਕੀ ਲੱਗ ਰਿਹਾ? ਦੇਖੋ ਜੇ ਉਹ 26 ਤੋਂ ਬਾਅਦ ਹੋਇਆ ਜਾਂ 29 ਤੋਂ ਬਾਅਦ ਹੋਇਆ ਹੈ ਨਾ, ਇੱਕ ਪਾਸੇ ਤਾਂ ਤੁਸੀਂ ਐਨੇ ਜਿਹੜੇ ਰਿਪਰੈਸਿਵ ਮਈਅਰਸ ਆ ਉਹ ਅਡਾਪਟ ਕਰ ਰਹੇ ਹੋ, ਬੈਰੀਗੇਡ ਲਗਾਤੇ, ਕਿੱਲਾਂ ਲਗਾਤੀਆਂ, ਇੰਟਰਨੈਟ ਬੰਦ ਕਰ ਦਿੱਤਾ, ਪਾਣੀ ਬੰਦ ਕਰ ਦਿੱਤਾ। ਇੱਕ ਪਾਸੇ ਤੁਸੀਂ ਇਹ ਕਹਿ ਰਹੇ ਹੋ ਔਰ ਦੂਸਰੇ ਪਾਸੇ ਕਹਿੰਦੇ ਇੱਕ ਫੋਨ ਕਾਲ ਦੀ ਸਾਨੂੰ ਵੇਟ ਹੈ ਨਾ। ਤੇ ਇਹ ਦੋਗਲੀ ਨੀਤੀ ਹੈ ਸਰਕਾਰ ਦੀ ਵੀ ਇੱਕ ਪਾਸੇ ਤਾਂ ਤੁਸੀਂ ਜਨਤਾ ਨੂੰ ਉਹ ਕਹਿ ਰਹੇ ਹੈ ਕਿ ਅਸੀਂ ਨਹੀਂ, ਅਸੀਂ ਖੁੱਲ੍ਹੇ ਦਿਲ ਨਾਲ ਉਹਨਾਂ ਦਾ ਸਵਾਗਤ ਕਰਦੇ ਹਾਂ, ਇੱਕ ਪਾਸੇ ਤੁਸੀਂ ਜ਼ਬਰ ਕਰ ਰਹੇ ਹੋ ਨਾ। ਤੇ ਇਸ ਜ਼ਬਰ ਦੇ ਵਿੱਚ ਸਰਕਾਰ ਸਾਡੇ ਤੇ ਵੀ ਉਹ ਫੇਲ ਹੋ ਗਈ ਹੈ ਔਰ ਕਿਸਾਨਾਂ ਦੀ ਜਿਹੜੀ ਸ਼ਕਤੀ ਹੈ ਉਹਨੂੰ ਉਹ ਰੋਕ ਨਹੀਂ ਸਕਦੀ ਪ੍ਰਦਰਸ਼ਨ ਤੋਂ। ਜਿਹੜੇ ਵਿਦੇਸ਼ੀ ਸਿਤਾਰੇ ਨੇ ਉਹ ਵੀ ਕਿਸਾਨੀ ਅੰਦੋਲਨ ਨੂੰ ਸਪੋਰਟ ਕਰ ਰਹੇ ਨੇ ਤੇ ਕਮੈਂਟ ਕਰ ਰਹੇ ਨੇ, ਪਰ ਸਾਡੇ ਇੱਥੋਂ ਦੇ ਜਿਹੜੇ ਲੋਕਲ ਨੇ ਜਿਨ੍ਹਾਂ ਨੇ ਸਾਡੇ ਸਰਦਾਰਾਂ ਤੇ ਸਾਡੇ ਕਿਸਾਨੀ ਤੇ ਕਾਫੀ ਫਿਲਮਾਂ ਫਿਲਮਾਈਆਂ ਤੇ ਕਾਫੀ ਪੈਸੇ ਵੀ ਕਮਾਏ, ਉਹ ਇਸ ਦੇ ਖਿਲਾਫ ਨੇ, ਸਰਕਾਰ ਦੀ ਹਮਾਇਤ ਕਰ ਰਹੇ ਨੇ। ਤੇ ਬਾਹਰੋਂ ਜਿਹੜੇ ਕਮੈਂਟ ਕਰਕੇ ਹਮਾਇਤ ਕਰ ਰਹੇ ਨੇ ਉਹਨਾਂ ਨੂੰ ਕਹਿ ਰਹੇ ਨੇ ਕਿ ਸਾਡਾ ਅੰਦਰੂਨੀ ਮਾਮਲਾ, ਤੁਹਾਨੂੰ ਇਹਦੇ ਬਾਰੇ ਪਤਾ ਹੀ ਨਹੀਂ, ਤੁਹਾਨੂੰ ਇਹਦੇ ਤੇ ਬੋਲਣਾ ਨਹੀਂ ਚਾਹੀਦਾ। ਬਿਲਕੁਲ ਵੀ ਦੇਖੋ ਮੈਂ ਕਹਿੰਦੀ ਜਿਹੜਾ ਇਹ ਕਿਸਾਨ ਅੰਦੋਲਨ ਹੈ ਇਹ ਕਿਸੇ ਸਟੇਟ ਦਾ ਅੰਦੋਲਨ ਨਹੀਂ ਰਿਹਾ, ਇਹ ਨੈਸ਼ਨਲ ਅੰਦੋਲਨ ਨਹੀਂ ਰਿਹਾ, ਇਹ ਇੰਟਰਨੈਸ਼ਨਲ ਅੰਦੋਲਨ ਬਣ ਗਿਆ ਹੈ। ਇਸ ਦੇ ਵਿੱਚ ਹਰ ਇੱਕ ਨੂੰ ਅਧਿਕਾਰ ਆ ਆਪਣੇ ਕਮੈਂਟ ਦੇਣ ਦਾ, ਚਾਹੇ ਉਹ ਕੋਈ ਬਾਲੀਵੁੱਡ ਦਾ, ਚਾਹੇ ਕੋਈ ਗੀਤਕਾਰ ਹੈ, ਚਾਹੇ ਕੋਈ ਹਾਲੀਵੁੱਡ ਦਾ ਹੈ। ਤਾਂ ਤੁਸੀਂ ਦੇਖੋ ਵੀ ਇੰਟਰਨੈਸ਼ਨਲ ਲੈਵਲ ਤੇ ਇਸ ਅੰਦੋਲਨ ਨੇ ਕਿੰਨੀ ਸਰਪ੍ਰਸਤੀ ਕੀਤੀ ਹੈ ਕਿ ਉੱਥੇ ਦੇ ਜਿਹੜੇ ਸਾਡੇ ਸਿਤਾਰੇ ਨੇ ਉਹ ਤੁਹਾਨੂੰ ਟਵੀਟ ਕਰ ਰਹੇ ਨੇ ਇਸ ਅੰਦੋਲਨ ਨੂੰ ਬੁਲੰਦ ਕਰਨ ਦੇ ਲਈ। ਔਰ ਸਾਡੀ ਹੀ ਸਰਕਾਰ ਔਰ ਸਾਡੇ ਜਿਹੜੇ ਬਾਲੀਵੁੱਡ ਦੇ ਸਿਤਾਰੇ ਨੇ ਜਿਹੜੇ ਕਿ ਸਰਕਾਰ ਪੱਖੀ ਨੇ ਔਰ ਉਹ ਉਹਨਾਂ ਦੀ ਨਿੰਦਾ ਕਰ ਰਹੇ ਨੇ, ਇਹ ਬਹੁਤ ਹੀ ਮੰਦਭਾਗਾ ਉਹ ਹੈ। ਔਰ ਮੈਂ ਤਾਂ ਇਹ ਚਾਹੁੰਦੀ ਹਾਂ ਕਿ ਦੇਖੋ ਇਹਨਾਂ ਦੀਆਂ ਫਿਲਮਾਂ ਜਿਹੜੀਆਂ ਹੈ ਬਾਲੀਵੁੱਡ ਦੀਆਂ ਫਿਲਮਾਂ ਨੇ, ਇਹ ਸਾਡੇ ਜਨ ਜਾਂ ਕਿਸਾਨਾਂ ਦੇ ਸਿਰ 'ਤੇ ਹੀ ਚੱਲਦੀਆਂ। ਇਹਨਾਂ ਦਾ ਬਾਈਕਾਟ ਕੀਤਾ ਜਾਵੇ, ਇਹਨਾਂ ਦੀ ਫਿਲਮਾਂ ਦਾ ਬਾਈਕਾਟ ਕੀਤਾ ਜਾਵੇ। ਇਹਨਾਂ ਦੀ ਸ਼ੂਟਿੰਗ ਹੁੰਦੀ ਹੈ ਪੰਜਾਬ ਹਰਿਆਣੇ ਦੇ ਵਿੱਚ, ਉਹਨਾਂ ਦੀ ਸ਼ੂਟਿੰਗ ਦਾ ਬਾਈਕਾਟ ਕੀਤਾ ਜਾਵੇ। ਹਾਂਜੀ, ਕੀ ਲੱਗ ਰਿਹਾ ਹੈ ਕਿਸਾਨਾਂ ਦਾ ਜਿਹੜਾ ਅੰਦੋਲਨ ਆ ਇਹ ਜਿੱਤ ਪ੍ਰਾਪਤ ਕਰੂਗਾ, ਬੁਲੰਦੀਆਂ ਤੇ ਜਾਊਗਾ? ਆਪਣਾ ਹਾਊਸ ਜਿੱਦਾਂ ਦੇ ਸਾਡੇ ਮਨਸੂਬੇ ਨੇ, ਮੈਂ ਤਾਂ ਕਹਿੰਦੀ 100 ਤੋਂ ਮੋਰ ਦੈਨ 100% ਸ਼ੋਰ ਹੈ ਕਿ ਅਸੀਂ ਆਪਣੇ ਮਨਸੂਬੇ ਵਿੱਚ, ਆਪਣੇ ਮਿਸ਼ਨ ਵਿੱਚ ਸਫਲ ਹੋਵਾਂਗੇ। ਜੀ ਧੰਨਵਾਦ ਜੀ, ਥੈਂਕ ਯੂ। ਹਾਂਜੀ, ਇਹ ਸਨ ਮੈਮ ਜਿਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਨੇ ਜਿਹੜੇ ਉਹ ਆਪਣੇ ਹੱਕ ਇੱਥੋਂ ਲੈ ਕੇ ਹੀ ਜਾਣਗੇ। ਜਿੱਦਾਂ ਦੇ ਮਨਸੂਬੇ ਨੇ ਉਸ ਤੋਂ ਲੱਗ ਰਿਹਾ ਹੈ ਕਿ ਆਪਣੀਆਂ ਜਿਹੜੀਆਂ ਬੁਲੰਦੀਆਂ ਨੇ, ਆਪਣੇ ਹੌਸਲੇ ਨੇ, ਉਹ ਦੇਖ ਕੇ ਲੱਗ ਰਿਹਾ ਹੈ ਕਿ ਇਹ ਅੰਦੋਲਨ ਆ ਜਿਹੜਾ ਜਿੱਤ ਪ੍ਰਾਪਤ ਕਰੇਗਾ ਤੇ ਕਿਸਾਨ ਇੱਥੋਂ ਜਿੱਤ ਕੇ ਹੀ ਵਾਪਸ ਜਾਣਗੇ। ਤੇ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਬਾਲੀਵੁੱਡ ਸਿਤਾਰੇ ਨੇ ਜਾਂ ਹਾਲੀਵੁੱਡ ਸਿਤਾਰੇ ਨੇ, ਉਹ ਇਹ ਜਿਹੜੇ ਵਿਦੇਸ਼ੀ ਸਿਤਾਰੇ ਨੇ ਉਹ ਸਾਡੇ ਅੰਦੋਲਨ ਨੂੰ ਸਪੋਰਟ ਕਰ ਰਹੇ ਨੇ। ਤੇ ਇੱਥੋਂ ਦੇ ਨੇ ਜਿਹੜੇ ਜਿਨ੍ਹਾਂ ਨੇ ਕਾਫੀ ਪੈਸਾ ਕਮਾਇਆ ਤੇ ਕਿਸਾਨੀ ਤੇ ਫਿਲਮਾਂ ਵੀ ਫਿਲਮਾਈਆਂ, ਉਹ ਇਹਨਾਂ ਨੂੰ ਸਪੋਰਟ ਨਹੀਂ ਕਰ ਰਹੇ। ਤੇ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਕਿਸਾਨਾਂ ਨੂੰ ਕਿਸਾਨਾਂ ਦੇ ਇਸ ਅੰਦੋਲਨ ਦੀ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਆ, ਨਹੀਂ ਤਾਂ ਕਿਸਾਨ ਵੀ ਉਹਨਾਂ ਦਾ ਬਾਈਕਾਟ ਕਰਨਗੇ। ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ, ਪੰਜਾਬੀ ਲੋਕ ਚੈਨਲ, ਕੁੰਡਲੀ ਬਾਰਡਰ, ਦਿੱਲੀ।